ਅੱਜ ਦੇ ਪ੍ਰੋਗਰਾਮ ਵਿੱਚ ਬਹੁਤ ਹੀ ਖਾਸ ਜਿਹੜੀ ਗੱਲਬਾਤ ਹੈ ਉਹ ਕੀਤੀ ਜਾਣੀ ਹੈ। ਖਾਸ ਮਹਿਮਾਨ ਸਾਡੇ ਨਾਲ ਭਾਰਤ ਤੋਂ ਸ਼ਾਮਲ ਹੋਣਗੇ। ਖਾਸ ਤੌਰ 'ਤੇ ਆਪਾਂ ਹਮੇਸ਼ਾ ਹੀ ਧਾਰਮਿਕ ਸਥਾਨਾਂ ਦੀ ਗੱਲ ਕਰਦੇ ਹਾਂ, ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਬਾਰੇ ਗੱਲ ਕਰਦੇ ਹਾਂ। ਅਜਿਹੀ 2-3 ਸਥਾਨ ਨੇ ਗੁਰੂ ਨਾਨਕ ਪਾਤਸ਼ਾਹ ਹੋਣਾ ਨਾਲ ਜੁੜੇ ਹੋਏ, ਜਿਹਦੇ ਵਿੱਚ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਗੱਲ ਹੁੰਦੀ ਆ, ਗਿਆਨ ਗੋਦੜੀ ਦੀ ਗੱਲ ਹੁੰਦੀ ਆ, ਅਤੇ ਨਾਲ ਹੀ ਗੱਲ ਹੁੰਦੀ ਆ ਮੰਗੂ ਮੱਠ, ਜਿੱਥੇ ਗੁਰੂ ਨਾਨਕ ਸਾਹਿਬ ਨੇ ਜਗਨਨਾਥਪੁਰੀ ਦੇ ਵਿੱਚ ਜਿਹੜੀ ਆਰਤੀ ਉਚਾਰੀ ਸੀ। ਉਸ ਥਾਂ ਨੂੰ ਲੈ ਕੇ ਵੀ ਜਿਹੜਾ ਵਾ 2019 ਤੋਂ ਬਾਅਦ ਲਗਾਤਾਰ, ਹਾਲਾਂਕਿ ਉਸ ਤੋਂ ਪਹਿਲਾਂ ਵੀ, ਕਿਉਂਕਿ ਚੰਗੇ ਤਰੀਕੇ ਨਾਲ ਜਿਹੜੀ ਸਾਂਭ ਸੰਭਾਲ ਸੀ ਉਸ ਧਾਰਮਿਕ ਸਥਾਨ ਦੀ ਨਹੀਂ ਹੋ ਸਕੀ, ਜਿੱਥੇ ਆਰਤੀ ਜਿਹੜੀ ਆ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰੀ ਗਈ। ਅਤੇ ਉਸੇ ਮਸਲੇ 'ਤੇ ਅੱਜ ਅਸੀਂ ਇਹ ਪ੍ਰੋਗਰਾਮ ਕਰਨ ਜਾ ਰਹੇ ਹਾਂ, ਕਿਉਂਕਿ ਇੱਕ ਵਾਰੀ ਫੇਰ ਉੱਥੇ ਜਿਹੜਾ ਢਾਂਚਾ, ਇੱਕ ਤਾਂ 2019 ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸੀ, ਉਦੋਂ ਉੱਥੇ ਕੁਝ ਹਿੱਸਾ ਢਾਉਣ ਦੀ ਜਿਹੜੀ ਉਹ ਚਰਚਾ ਛਿੜੀ ਸੀਗੀ। ਅਤੇ ਹੁਣ ਇੱਕ ਵਾਰੀ ਫੇਰ ਜਿਹੜਾ ਵਾ ਉੱਥੇ ਇਮਾਰਤ ਨਾਲ ਛੇੜਛਾੜ, ਅਤੇ ਕਿਸ ਤਰੀਕੇ ਨਾਲ ਉੱਥੇ ਕੁਝ ਅਜਿਹੀਆਂ ਇਮਾਰਤਾਂ ਬਣਾਈਆਂ ਜਾ ਰਹੀਆਂ ਨੇ ਜੋ ਧਾਰਮਿਕ ਸਥਾਨ ਦੇ ਨੇੜੇ ਨਹੀਂ ਹੋਣੀਆਂ ਚਾਹੀਦੀਆਂ, ਉਸ ਮਸਲੇ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਜੁੜਨਗੇ ਅਜਮੇਰ ਸਿੰਘ ਰੰਧਾਵਾ ਜੀ, ਜਿਨ੍ਹਾਂ ਨੇ ਸਿੱਕਮ ਦੇ ਵਿੱਚ ਜਿਹੜਾ ਇੱਕ ਧਾਰਮਿਕ ਸਥਾਨ ਸਥਿਤ ਹੈ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਗੁਰਦੁਆਰਾ ਡਾਂਗਮਾਰ ਸਾਹਿਬ, ਉਹਦੇ ਸੰਬੰਧੀ ਵੀ ਅਦਾਲਤੀ ਕੇਸ ਲੜਿਆ, ਅਤੇ ਹੁਣ ਉਹ ਇਸ ਮੰਗੂ ਮੱਠ ਜਿਹੜਾ ਵਾ ਧਾਰਮਿਕ ਸਥਾਨ ਆ, ਇਹਦੇ ਲਈ ਵੀ ਉਹ ਜਿਹੜੀ ਆ ਲੜਾਈ ਲੜ ਰਹੇ ਨੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਅਤੇ ਅਜਮੇਰ ਸਿੰਘ ਰੰਧਾਵਾ ਜੀ ਮੇਰੇ ਨਾਲ ਲਾਈਨ 'ਤੇ ਨੇ, ਉਹਨਾਂ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਅਜਮੇਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਜੀ ਬਹੁਤ ਬਹੁਤ ਧੰਨਵਾਦ ਸਮਾਂ ਕੱਢਣ ਲਈ, ਅਤੇ ਬਹੁਤ ਬਹੁਤ ਸਵਾਗਤ ਹੈ ਜੀ ਸ਼ੇਰੇ ਪੰਜਾਬ ਰੇਡੀਓ 'ਤੇ। ਧੰਨਵਾਦ ਜੀ ਜੀ, ਮੇਰੇ ਵੱਲੋਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ, ਤੁਹਾਡੀ ਫੇਸਬੁੱਕ 'ਤੇ ਇੱਕ ਤਸਵੀਰ ਦੇਖੀ ਸੀ, ਨਾਲ ਤੁਸੀਂ ਪੋਸਟ ਪਾਈ ਸੀ, ਮੈਂ ਬਾਅਦ 'ਚੋਂ ਆਪਣੇ ਸਰੋਤਿਆਂ ਨੂੰ ਪੋਸਟ ਪੜ੍ਹ ਕੇ ਵੀ ਸੁਣਾ ਦੇਵਾਂਗਾ, ਪਰ ਉਸ ਤਸਵੀਰ ਦੇ ਵਿੱਚ ਮੰਗੂ ਮੱਠ ਜਿਹੜਾ ਉਹ ਧਾਰਮਿਕ ਸਥਾਨ ਹੈ। ਪਹਿਲਾਂ ਤਾਂ ਮੈਂ ਚਾਹੁੰਦਾ ਜੀ ਤੁਸੀਂ ਥੋੜ੍ਹਾ ਜਿਹਾ ਇਤਿਹਾਸ ਦੱਸ ਦਿਓ ਸਾਡੇ ਸਰੋਤਿਆਂ ਨੂੰ ਮੰਗੂ ਮੱਠ ਦਾ। ਮੰਗੂ ਮੱਠ ਦਾ ਇਸ ਤਰ੍ਹਾਂ ਜੀ, ਜੋ ਗੁਰੂ ਨਾਨਕ ਦੇਵ ਜੀ ਇੱਥੋਂ ਯਾਤਰਾ ਕਰਦੇ ਹੋਏ ਆਪਣੀ ਦੂਜੀ ਉਦਾਸੀ ਦੇ ਵਿੱਚ ਜੀ ਸ਼੍ਰੀਲੰਕਾ ਦੀ ਉਦਾਸੀ ਜਾਂਦੇ, ਤੇ ਕਟਕ ਹੁੰਦੇ ਹੋਏ ਇੱਥੇ ਉੜੀਸਾ ਜਗਨਨਾਥਪੁਰੀ ਪਹੁੰਚਦੇ ਨੇ, ਕਿਉਂਕਿ ਜਗਨਨਾਥਪੁਰੀ ਇੱਕ ਬੜਾ ਵੱਡਾ ਪੁਰਾਣਾ 1200 ਸਾਲ ਪੁਰਾਣਾ ਤੀਰਥ ਸਥਾਨ ਹੈ, ਤੇ ਇਸ ਕਰਕੇ ਗੁਰੂ ਨਾਨਕ ਦੇਵ ਜੀ ਹਰ ਉਸ ਵੱਡੇ ਸਥਾਨ ਤੇ ਗਏ ਨੇ ਜਿੱਥੇ ਕਿ ਇਕੱਠ ਹੁੰਦੇ ਸੀ ਲੋਕਾਂ ਦੇ, ਤਾਂ ਕਿ ਉਹ ਰੱਬ ਨਾਲ ਜੋੜਨ ਦਾ ਆਪਣਾ ਉਪਦੇਸ਼ ਦੇ ਸਕਣ। ਉੱਥੇ ਗਏ, ਤੇ ਉੱਥੇ ਜਦੋਂ ਗਏ ਤੇ ਗੁਰੂ ਨਾਨਕ ਦੇਵ ਜੀ ਮੰਦਿਰ ਦੇ ਵਿੱਚ ਜਾਂਦੇ ਨੇ, ਭਾਈ ਮਰਦਾਨਾ ਨੂੰ ਰੋਕ ਲਿਆ ਜਾਂਦਾ ਕਿ ਇਹ ਖਲੀਫਾ ਹੈਗੇ ਨੇ, ਮੁਸਲਿਮ ਹੈਗੇ ਨੇ, ਪਰ ਗੁਰੂ ਨਾਨਕ ਦੇਵ ਜੀ ਇਸ ਗੱਲ ਨੂੰ ਮਾਈਂਡ ਨਾ ਕਰਦੇ, ਫਿਰ ਵੀ ਅੰਦਰ ਚਲੇ ਜਾਂਦੇ ਨੇ। ਆਰਤੀ ਹੁੰਦੀ ਹੈ, ਗੁਰੂ ਨਾਨਕ ਦੇਵ ਜੀ ਉਸ ਆਰਤੀ ਨੂੰ ਅਟੈਂਡ ਨਹੀਂ ਕਰਦੇ ਅਤੇ ਬਾਹਰ ਆ ਜਾਂਦੇ ਨੇ, ਤੇ ਮੰਦਿਰ ਤੋਂ 100 ਗਜ ਦੂਰ ਇੱਕ ਦਰਖਤ ਦੇ ਥੱਲੇ, ਕਹਿੰਦੇ ਬਨਿਆਨ ਟਰੀ ਯਾਨੀ ਕਿ ਬਰਗਦ ਦਾ ਪੇੜ ਸੀਗਾ ਕੋਈ, ਪਰ ਚਲੋ ਜਿਹੜਾ ਵੀ ਦਰਖਤ ਹੋਏ, ਉਹਦੇ ਥੱਲੇ ਜਾ ਕੇ ਬਹਿ ਜਾਂਦੇ ਆ ਤੇ ਆਪਣਾ ਸ਼ਾਂਤ ਹੋ ਜਾਂਦੇ ਆ ਜੀ। ਪੰਡੇ ਜਦੋਂ ਆਰਤੀ ਅੰਦਰ ਮੰਦਿਰ ਵਿੱਚ ਖਤਮ ਕਰਦੇ ਆ, ਜੋ ਲੈਂਪ ਲੂੰਪ ਲਗਾ ਕੇ ਦੀਵੇ ਦੂਵੇ ਲੈ ਕੇ ਆਰਤੀ ਜਦੋਂ ਕਰਦੇ ਆ, ਇੱਕ ਟ੍ਰੈਡੀਸ਼ਨ ਇਹਨਾਂ ਦਾ। ਉਹਦੇ ਬਾਅਦ ਜਦੋਂ ਉੱਥੇ ਦੇਖਦੇ ਆ ਗੁਰੂ ਨਾਨਕ ਦੇਵ ਜੀ ਹੈ ਨਹੀਂ, ਕਿ ਉਹਨਾਂ ਨੂੰ ਬੜਾ ਰੋਹ ਚੜ੍ਹਦਾ ਕਿ ਬਈ ਇਹ ਬੰਦਾ ਇੱਥੇ ਸਾਡੇ ਨਾਲ ਆਰਤੀ ਦੇ ਉਚਾਰਨ ਕਰਨ ਦੀ ਬਜਾਏ ਬਾਹਰ ਚਲਾ ਗਿਆ, ਬੇਇੱਜ਼ਤੀ ਕਰਤੀ ਇਹਨੇ ਸਾਡੀ, ਔਰ ਮਾਰੀ ਦੀ ਉਦੂਲੀ ਕਰਤੀ ਇਹਨੇ। ਉਹ ਲੱਭਦੇ ਇਹਨੂੰ ਗੁੱਸੇ ਬਾਹਰ ਜਾਂਦੇ ਨੇ, ਤੇ ਦੇਖਦੇ ਨੇ ਗੁਰੂ ਨਾਨਕ ਦੇਵ ਜੀ ਸਾਹਮਣੇ ਮੰਦਿਰ ਖੁੱਲ੍ਹਾ ਮੈਦਾਨ ਸੀ, ਸਾਹਮਣੇ ਉਹ ਬੈਠੇ ਸੀਗੇ ਪੇੜ ਥੱਲੇ। ਉਹਨਾਂ ਨੂੰ ਜਾ ਕੇ ਪੁੱਛਦੇ ਨੇ ਕਿ ਤੁਸੀਂ ਆਰਤੀ ਕਿਉਂ ਨਹੀਂ ਅਟੈਂਡ ਕੀਤੀ? ਉਹ ਕਹਿੰਦੇ ਮੈਂ ਤਾਂ ਆਰਤੀ ਅਟੈਂਡ ਕੀਤੀ ਹੈ। ਕਹਿੰਦੇ ਮਾਰੇ ਤੁਸੀਂ ਉੱਥੇ ਸੀਗੇ ਨਹੀਂ? ਕਹਿੰਦੇ ਹਾਂ ਮੈਂ ਉੱਥੇ ਨਹੀਂ ਸੀਗਾ, ਪਰ ਤੁਸੀਂ ਵੀ ਤਾਂ ਕਿੱਥੇ ਉੱਥੇ ਸੀਗੇ, ਤੁਸੀਂ ਤਾਂ ਆਪਣਾ ਦੀਵੇ ਦੂਵੇ ਲੈ ਕੇ ਉਹ ਜਿਹੜੀ ਆਰਤੀ ਕਰ ਰਹੇ ਹੋ, ਮੂਰਤਾਂ ਦੀ ਆਰਤੀ ਕਰ ਰਹੇ ਹੋ, ਮੈਂ ਆਰਤੀ ਦੇ ਇੱਥੇ ਰੱਬ ਦੀ ਆਰਤੀ ਤਾਂ ਮੈਂ ਇੱਥੇ ਕੀਤੀ ਹੈ। ਕਹਿੰਦੇ ਤੁਸੀਂ ਕਿੱਦਾਂ ਕੀਤੀ ਹੈ? ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਆਪਣੀ ਇਹ ਆਰਤੀ ਜਿਹੜੀ ਹੈਗੀ ਆ, ਗਗਨ ਮੈਂ ਥਾਲ ਰਵੀ ਚੰਦ ਦੀਪਕ ਬਣੇ ਤਾਰ ਕਾ ਮਤਲਬ ਜਨਕ ਮੋਤੀ, ਇਸ ਆਰਤੀ ਦਾ ਗਾਇਨ ਉੱਥੇ ਕੀਤਾ, ਮਰਦਾਨਾ ਜੀ ਰਬਾਬ ਵਜਾ ਰਹੇ ਸੀ। ਪੰਡੇ ਇਸ ਤੋਂ ਬਾਅਦ ਬੰਦੇ ਕੋਲ ਵੀ ਜਵਾਬ ਨਹੀਂ ਸੀ, ਉਹਨੇ ਉਹ ਗੁਰੂ ਨਾਨਕ ਦੇਵ ਦੇ ਪੈਰੀ ਪੈ ਗਏ। ਉਹਦੇ ਬਾਅਦ ਇਸੇ ਸਥਾਨ ਦੇ ਉੱਤੇ ਇਸ ਤਰ੍ਹਾਂ ਹੁੰਦਾ ਹੈਗਾ ਕਿ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮੰਦਿਰ ਵੀ ਜਾਂਦੇ, ਪੰਡੇ ਜਦੋਂ ਬਾਹਰ ਕੱਢ ਦਿੰਦੇ ਗੁਰੂ ਨਾਨਕ ਦੇਵ, ਪਹਿਲੀ ਵਾਰੀ ਪੰਡੇ ਬਾਹਰ ਕੱਢ ਦਿੰਦੇ ਸੀ, ਕਿ ਜਦੋਂ ਬਾਹਰ ਕੱਢ ਦਿੰਦੇ ਆ ਤਾਂ ਉੱਥੇ ਗੁਰੂ ਨਾਨਕ ਜੀ ਸਮੁੰਦਰ ਦੇ ਕਿਨਾਰੇ ਚਲੇ ਜਾਂਦੇ ਆ, ਇੱਥੇ 2-3 ਕਿਲੋਮੀਟਰ ਦੂਰ ਜੀ ਮੰਦਿਰ ਤੋਂ। ਉੱਥੇ ਜਾ ਕੇ ਆਪਣਾ ਇਧਰ ਨਹੀਂ ਆਉਂਦੇ ਪੂਰੀ ਵਿੱਚ। ਉੱਥੇ ਮੰਦਿਰ ਦਾ ਜਦੋਂ ਬੂਹੇ ਖੋਲਦੇ ਨੇ ਪੰਡਤ ਲੋਕ, ਤਾਂ ਉੱਥੇ ਦੇਖਦੇ ਨੇ ਇਹਨਾਂ ਦੀ ਜਿਹੜੀਆਂ ਮੂਰਤੀਆਂ ਹੈਗੀਆਂ, ਜਿਹੜੇ ਭਗਵਾਨ ਹੈਗੇ ਕ੍ਰਿਸ਼ਨ, ਸੁਭਦਰਾ ਤੇ ਬਲਭਦਰ, ਉਹ ਤਿੰਨੋਂ ਗਾਇਬ ਨੇ ਜੀ। ਰੌਲਾ ਪੈ ਜਾਂਦਾ ਕਿ ਚੋਰੀ ਹੋ ਗਈ, ਭਗਵਾਨ ਨੂੰ ਚੋਰੀ ਕਰ ਲਿਆ, ਭਗਵਾਨ ਦੀ ਚੋਰੀ ਹੋ ਗਈ।
ਉਹ ਰੌਲਾ ਪੈਂਦਾ, ਉੱਥੇ ਗਜਪਤੀ ਰਾਜਾ ਰੁਦਰ ਪ੍ਰਤਾਪ ਦੇਵ ਹੁੰਦਾ, ਉਹਨੂੰ ਵੀ ਪਤਾ ਲੱਗਦਾ, ਸਾਰੀ ਤਲਾਸ਼ ਹੁੰਦੀ ਆ, ਨਹੀਂ ਪਤਾ ਲੱਗਦਾ। ਰਾਤ ਦੇ ਟਾਈਮ ਉਹ ਸੁਣਦੇ ਆ, ਫਿਰ ਰੁਦਰ ਪ੍ਰਤਾਪ ਦੇਵ ਨੂੰ ਇਹਨਾਂ ਦੇ ਕ੍ਰਿਸ਼ਨ ਜੀ ਸੁਪਨੇ ਜਾ ਕੇ ਕਹਿੰਦੇ ਬਾਈ ਤੁਸੀਂ ਪਰੇਸ਼ਾਨ ਨਾ ਹੋ, ਮੇਰੇ ਭਗਤ ਨੂੰ ਤੁਸੀਂ ਮੰਦਿਰ 'ਚੋਂ ਵੜਨ ਤੋਂ ਬਾਹਰ ਕੱਢਦੇ ਬੜੇ ਨੇ, ਇਸ ਕਰਕੇ ਮੈਂ ਆਪਣੇ ਭਗਤ ਦੇ ਕੋਲ ਲੈ ਕੇ ਮੈਂ ਉੱਥੇ ਭਜਨ ਸੁਣ ਰਿਹਾ, ਸਮੁੰਦਰ ਦੇ ਕਿਨਾਰੇ ਹੈਗਾ। ਰਾਜਾ ਰੁਦਰ ਪ੍ਰਤਾਪ ਉੱਠਦਾ ਤੇ ਸਾਰੇ ਪੰਡਿਤ ਨੂੰ ਦੂਜੇ ਨਾਲ ਲੈ ਕੇ ਇਕੱਠਾ ਕਰਕੇ ਤਲਾਸ਼ ਵਿੱਚ ਜਾਂਦਾ, ਤੁਸੀਂ ਦੇਖਦਾ ਸਾਰੇ ਨੇ ਸਮੁੰਦਰ ਦੇ ਕਿਨਾਰੇ ਖੜੇ, ਇਹਨਾਂ ਤਿੰਨੋਂ ਮੂਰਤੀਆਂ ਸਮੁੰਦਰ ਦੇ ਕਿਨਾਰੇ ਪਹੁੰਚ ਗਈਆਂ ਸੀਗੀਆਂ ਜੀ। ਉਹ ਫਿਰ ਗੁਰੂ ਨਾਨਕ ਦੇਵ ਨੂੰ ਬੜੇ ਗਾਜੇ ਵਾਜੇ ਨਾਲ ਲੈ ਕੇ ਇੱਥੇ ਆਉਂਦਾ। ਉਸ ਦੇ ਬਾਅਦ ਇਹ ਆਰਤੀ ਵਾਲੀ ਜਿਹੜੀ ਕਹਾਣੀ ਹੈ ਨੈਕਸਟ ਸਟੈਪ ਹੁੰਦਾ ਜਿਹੜਾ ਮੈਂ ਤੁਹਾਨੂੰ ਦੱਸਿਆ, ਕਿਉਂਕਿ ਉਹਦੇ ਬਾਅਦ ਫਿਰ ਗੁਰੂ ਨਾਨਕ ਦੇਵ ਮੰਦਿਰ ਵਿੱਚ ਜਾਂਦੇ ਨੇ ਤੇ ਉਹਦੇ ਬਾਅਦ ਇਹ ਘਟਨਾ ਵਾਪਰਦੀ ਹੈ। ਇਹ ਤਾਂ ਹੈਗਾ ਗੁਰੂ ਨਾਨਕ ਦੇਵ ਨਾਲ ਸੰਬੰਧਿਤ। ਇੱਥੇ ਹੀ ਭਾਈ ਅਲਮਸਤ ਜਿਹੜੇ ਭਾਈ ਗੁਰਦਿੱਤਾ ਜੀ ਦੇ ਚੇਲੇ ਸੀ, ਭਾਈ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸੀ, ਉਦਾਸੀ ਬਣੇ ਸੀ, ਬਾਬਾ ਸ਼੍ਰੀ ਚੰਦ ਦੇ ਚੇਲੇ ਬਣੇ ਸੀ। ਇਹਨਾਂ ਦਾ ਅੱਗੇ ਚੇਲਾ ਸੀ ਅਲਮਸਤ, ਉਹ ਇੱਥੇ 1607 ਵਿੱਚ ਆਇਆ ਔਰ ਉਸਨੇ ਇੱਥੇ ਆ ਕੇ ਇਹਨਾਂ ਸਥਾਨਾਂ ਦੀ ਮਰਮਤ ਵਗੈਰਾ ਕੀਤੀ। ਨਾਨਕ ਮੰਗੂ ਮੱਠ ਹੋਇਆ, ਇਸ ਨਾਲ ਬੌਲੀ ਮੱਠ ਵੀ ਥੋੜਾ, ਜਿੱਥੇ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਸਮੁੰਦਰ ਕਿਨਾਰੇ ਮਿੱਠਾ ਪਾਣੀ ਕੱਢਿਆ ਸੀ ਤੇ ਪਾਣੀ ਨਹੀਂ ਸੀਗਾ ਜੀ, ਜਿੱਥੇ ਭਜਨ ਕਰਦੇ ਉਸ ਜਗ੍ਹਾ ਦੀ ਗੱਲ, ਜਿੱਥੇ ਭਜਨ ਕਰਦੇ ਗੁਰੂ ਨਾਨਕ ਦੇਵ ਜੀ ਨੇ ਮਿਲੇ ਸੀ ਰਾਜਾ। ਉਹਦੇ ਬਾਅਦ ਰਾਜਾ ਰੁਦਰ ਪ੍ਰਤਾਪ ਨੇ ਇਹਨਾਂ ਨੂੰ ਜ਼ਮੀਨਾਂ ਦਿੱਤੀਆਂ ਔਰ ਨਾਲੇ ਇੱਕ ਨਾਨਕ ਮੱਠ ਬਣਾਇਆ ਜਿੱਥੇ ਸੰਗਤਾਂ ਦੇ ਠਹਿਰਨ ਦੀ ਜਗ੍ਹਾ ਸੀਗੀ, ਉਸਨੂੰ ਅੱਜ ਪੰਜਾਬੀ ਮੱਠ ਕਿਹਾ ਜਾਂਦਾ, ਉਹ ਵੀ ਇਹਨਾਂ ਨੇ ਤੋੜ ਦਿੱਤਾ ਉੜੀਸਾ ਸਰਕਾਰ ਨੇ। ਗੱਲ ਇਹ ਹੈਗੀ ਆ ਟੋਟਲ ਕਿੰਨੇ ਧਾਰਮਿਕ ਕਿੰਨੇ ਗੁਰਦੁਆਰੇ ਆ ਜੀ ਇਸ ਥਾਂ ਤੇ ਗੁਰੂ ਨਾਨਕ ਸਾਹਿਬ ਨਾਲ ਜੁੜੇ ਹੋਏ ਤੇ ਕਿੰਨੇ ਬਚੇ ਆ ਜੀ? ਕੁੱਲ 3 ਮੰਗੂ ਮੱਠ ਸੀਗਾ ਜੀ, ਪੰਜਾਬੀ ਮੱਠ ਸੀ ਤੇ ਤੀਜਾ ਬੌਲੀ ਮੱਠ ਹੈ। ਬੌਲੀ ਮੱਠ ਦੇ ਉੱਤੇ ਵੀ ਨਜ਼ਰ ਇਹਨਾਂ ਦੀ ਹੈਗੀ ਆ। ਜਦੋਂ ਇਹ ਚੀਜ਼ ਸਾਨੂੰ ਪਤਾ ਲੱਗੀ ਉੱਥੋਂ ਸਾਨੂੰ ਇਹਨਾਂ ਨੇ ਜਿਹੜੇ ਸਿੱਖ ਸੰਗਤ ਜਿਹੜੇ ਪੂਜੇ ਹੈਗੇ ਨੇ ਉਹ ਕਹਿੰਦੇ ਨੇ ਅਸੀਂ ਸਰਕਾਰ ਖਿਲਾਫ ਬੋਲ ਨਹੀਂ ਸਕਦੇ, ਪਰ ਸਰਕਾਰ ਦਾ ਮਾਹੌਲ ਇਹਦਾ ਚੱਲ ਰਿਹਾ ਕਿ ਉਹਨੇ ਬੌਲੀ ਮੱਠ ਨੂੰ ਵੀ ਨਿਸ਼ਾਨੇ ਤੇ ਲੈਣਗੇ। ਇਸ ਕਰਕੇ ਉਹ ਚਾਹੁੰਦੇ ਸੀ ਕਿ ਮੈਂ ਇਸ ਕੇਸ ਨੂੰ ਦੁਬਾਰਾ ਓਪਨ ਕਰਾਂ ਤੇ 3 ਸਾਲ ਬਾਅਦ ਮੈਂ ਇਸ ਕੇਸ ਨੂੰ ਮੈਂ ਸੰਗਤ ਨੂੰ ਅੱਜ ਹੀ ਖਬਰ ਦੇ ਰਿਹਾ, ਮੈਂ ਮੂੰਹ ਬੰਦ ਰੱਖਿਆ। ਮੈਂ ਸੁਪਰੀਮ ਕੋਰਟ ਦੇ ਵਿੱਚ ਕੱਲ ਹੀ ਐਪਲੀਕੇਸ਼ਨ ਪਾ ਦਿੱਤੀ ਹੈ, ਮੇਰੀ ਲੱਗ ਗਈ ਐਪਲੀਕੇਸ਼ਨ ਜੀ, एनफोर्समेंट एप्लीकेशन। इस केस में मैं रीओपन दोबारा कर रहे हैं जी। मैं 3 साल साइलेंट रहा क्योंकि सुप्रीम कोर्ट लड़ना केस मजाक नहीं थी, पैसे की काट करके मैं केस नहीं लड़ रहा, पर गुरु नानक का वोट आसरा लेने में इस केस की कैदियत जो होएगा देखी जाएगी जी। अच्छा ये दसो अजमेर सिंह जी के कुल मिला के किन्नी थां है ਜਾਂ ਜ਼ਮੀਨ ਇਸ ਸਥਾਨ ਦੇ ਨਾਮ ਤੇ ਕਿੰਨੀ ਕਿ ਇਸ ਵਕਤ ਬਚੀ ਆ? ਕਿਉਂਕਿ 2019 ਦੇ ਵਿੱਚ ਜਦੋਂ ਰੌਲਾ ਪਿਆ ਸੀ ਕਿ ਹਿੱਸਾ ਢਾਇਆ ਗਿਆ ਤਾਂ ਉਦੋਂ ਇਹ ਕਿਹਾ ਗਿਆ ਸੀ, ਮੈਂ ਟਵਿੱਟਰ ਚੈੱਕ ਕਰ ਰਿਹਾ ਸੀ, ਇਸ ਸ਼ਹਿਰ ਦੀ ਜਿਹੜੀ ਕੌਂਸਲ ਆ ਪੁਰੀ ਦਾ, ਉਹ ਕਹਿੰਦੇ ਸੀ ਕਿ ਜੀ ਜਿਹੜੀਆਂ ਨਜਾਇਜ਼ ਦੁਕਾਨਾਂ ਨੇ ਉਹ ਢਾਈਆਂ ਮੰਗੂ ਮੱਠ ਸੁਰੱਖਿਅਤ ਆ। ਸੋ ਦੱਸੋ ਜ਼ਮੀਨੀ ਹਾਲਾਤ ਕੀ ਨੇ ਇਸ ਵੇਲੇ? ਜ਼ਮੀਨੀ ਹਾਲਾਤ ਇਸ ਤਰ੍ਹਾਂ ਜੀ ਕਿ ਮੰਗੂ ਮੱਠ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਬੇਅੰਤ ਜ਼ਮੀਨਾਂ ਨੇ। ਮੈਂ ਜਿੱਥੇ ਤੱਕ ਮੇਰੇ ਕੋਲ ਰਿਕਾਰਡ ਜੋ ਦੱਸਦੇ ਨੇ, ਮੇਰੇ ਹਿਸਾਬ ਨਾਲ ਨਨਕਾਣਾ ਸਾਹਿਬ ਤੋਂ ਜ਼ਿਆਦਾ ਜ਼ਮੀਨ ਹੋਣੀ ਚਾਹੀਦੀ ਉੜੀਸਾ ਦੇ ਵਿੱਚ। ਪੁਰੀ ਦੇ ਵਿੱਚ ਇਸ ਸਥਾਨ ਦੇ ਉੱਤੇ ਮੰਗੂ ਮੱਠ ਦੇ ਕੋਲ ਜ਼ਮੀਨ ਸੀਗੀ 65,000 ਫੀਟ, 500 ਫੀਟ ਘੱਟ 65,000 ਸਕੁਆਇਰ ਫੀਟ, ਜਿਹਦੇ ਚੋਂ ਸਾਰੀ ਢਾਹ ਕੇ ਸਾਰੀ ਸਰਕਾਰ ਨੇ ਕਬਜ਼ੇ ਲੈ ਲਈ। ਸਾਡੇ ਕੋਲੇ 700-800 ਫੀਟ ਬਚੀ ਹੋਣੀ ਆ, ਉਹਦੇ ਵਿੱਚੋਂ ਦੀ ਇਹਨਾਂ ਨੇ ਮਹੀਨੇ ਜਿਹੜੀ ਤੋੜ-ਫੋੜ 15-20 ਤੋਂ ਮਹੀਨੇ ਦੀ ਤੋੜ-ਫੋੜ ਕਰ ਰਹੀ ਹੈ, ਉਹਦੇ ਇਹਨਾਂ ਨੇ ਹੋਰ ਜ਼ਮੀਨ ਉਹ ਜ਼ਮੀਨ ਦੇ ਉੱਤੇ ਕੁਝ ਹੋਰ ਤੋੜ-ਫੋੜ ਕਰ ਦਿੱਤੀ ਹੈ। ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਹੈ, ਇੱਕ ਤਾਂ ਹੋ ਗਿਆ ਇਹ ਸਰ, ਦੂਜਾ ਹੈਗਾ ਪੰਜਾਬੀ ਮੱਠ। ਪੰਜਾਬੀ ਮੱਠ ਦੀ ਜ਼ਮੀਨ ਵੀ ਕਰੀਬ 6 ਏਕੜ ਜ਼ਮੀਨ ਦੱਸੀ ਜਾਂਦੀ ਹੈ ਜੀ। ਇਹ ਪੰਜਾਬੀ ਮੱਠ ਢਾਹ ਕੇ ਇਹ ਜ਼ਮੀਨ ਵੀ ਇਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਈ ਹੈ। ਪਰ ਜਿਹੜੀ ਚੀਜ਼ ਮੈਂ ਤੁਹਾਨੂੰ ਤੁਸੀਂ ਤੁਹਾਡਾ ਸਵਾਲ ਇਨਕੰਪਲੀਟ ਹੋਏਗਾ ਜੇ ਮੈਂ ਇਸ ਨੂੰ ਪੂਰਾ ਜਵਾਬ ਨਾ ਦਿਆਂ। ਮੈਂ ਪਿਛਲੇ ਮਹੀਨੇ 30 ਨਵੰਬਰ 2022 ਦੇ ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ, ਜਿਸਨੂੰ ਨੈਸ਼ਨਲ ਕਮਿਸ਼ਨ ਫॉर ਮਾਈਨੋਰਿਟੀਜ਼ ਆਫ ਇੰਡੀਆ ਕਿਹਾ ਜਾਂਦਾ, ਉੱਥੇ ਸਾਡੇ ਚੇਅਰਪਰਸਨ ਨੇ ਸਰ ਇਕਬਾਲ ਸਿੰਘ ਜੀ ਲਾਲਪੁਰਾ, ਮੈਂ ਉਹਨਾਂ ਨੂੰ ਜਾ ਕੇ ਮਿਲ ਕੇ ਇੱਕ ਡਿਟੇਲ ਰਿਪੋਰਟ ਦਿੱਤੀ ਹੈ ਜਿਹਦੇ ਲਿਖਿਆ ਹੈ ਕਿ ਡਿਟੇਲ ਆਫ ਪ੍ਰਾਪਰਟੀ ਆਫ ਗੁਰੂ ਨਾਨਕ ਇਨ ਉੜੀਸਾ ਕਲੇਮਡ ਵਿਦ ਨੈਸ਼ਨਲ ਕਮਿਸ਼ਨ ਫॉर ਮਾਈਨੋਰਿਟੀਜ਼ ਇਨ ਇੰਡੀਆ। ਮੈਂ ਆਪਣਾ ਕਲੇਮ ਦਾਇਰ ਕਰ ਦਿੱਤਾ। ਉਸ ਦੇ ਮੁਤਾਬਿਕ ਹੈ ਕਿ ਤਹਿਸੀਲ ਰਿਕਾਰਡ ਕਹਿੰਦੇ ਨੇ ਕਿ ਮੰਗੂ ਮੱਠ ਦੇ ਵਿੱਚ ਜ਼ਮੀਨ ਕਾਲਕਾ ਦੇਵੀ ਸਟਰੀਟ ਮੌਜਾ ਦੇ ਵਿੱਚ ਜ਼ਮੀਨ 64,469 ਸਕੁਆਇਰ ਫੀਟ ਹੈਗੀ ਹੈ, ਜਿਸ ਵਿੱਚ ਕਿ ਮਤਲਬ ਜੋ ਬਣਿਆ ਉਹ ਦੱਸਿਆ ਗਿਆ ਕਿ 2 ਸਟੋਰੀ ਬਿਲਡਿੰਗ ਸੀ, ਮੰਦਿਰ ਹੈਗਾ, ਇੱਕ ਖੂਹ ਹੈਗਾ, ਬਰਾਂਡਾ ਹੈਗਾ ਤੇ ਮੱਠ ਦੇ ਅੰਦਰਲਾ ਹੋਰ ਜੋ ਬਿਲਡਿੰਗ ਹੁੰਦੀ ਹੈ। ਹੁਣ ਗੁਰੂ ਨਾਨਕ ਦੇਵ ਜੀ ਨਾਮ ਦੀ ਲੈਂਡ ਪ੍ਰੋਪਰਟੀ ਸੁਣ ਲਓ, ਸੰਗਤ ਕਨਾਡਾ ਦੀ ਸੁਣ ਲਵੇ ਕਿ ਜਿਸੇ ਕਰਕੇ ਹੁਣ ਜਿਹਨੂੰ ਕਹਿੰਦੇ ਬੈਡ ਐਲੀਮੈਂਟਸ ਜੀ ਮਾੜੀ ਹੈ ਸੋਚ ਵਾਲੇ ਬੰਦੇ ਇਸ ਕੇਸ ਵਿੱਚ ਪੈਣਾ ਚਾਹੁੰਦੇ ਨੇ, ਉਹ ਸੁਣ ਲਏ। ਪੂਰੀ ਡਿਸਟ੍ਰਿਕਟ ਗੋਪਾ, ਜ਼ਿਲ੍ਹਾ ਗੋਪਾ ਦੇ ਪੁਰੀ ਦੇ ਵਿੱਚ ਪੈਂਦਾ, ਉੱਥੇ ਜ਼ਮੀਨ ਹੈਗੀ ਆ। ਨਿੰਪਾਦਾ, ਕੁੰਡਰੁੰਤੀ ਪੂਰੀ ਸ਼ਹਿਰ ਹੈਗਾ, ਉਹਦੇ ਵਿਚਕਾਰ ਹੈਗੀ ਹੈ। ਖਮਰਾ, ਕਾਂਤੀਸਲਾ, ਜਗन्नाथ ਥੌਰ, ਮਾਦੀਪੁਰ, ਸਾਮੰਗਾ, ਅਲਾਤੁੰਗਾ, बेलाडाला, इंतजारा, पनीवराली, अलापुरा, बलीपुरा, जगन्नाथपुर समेत
ਬਾਰਾਨਾ, ਲక్ష్ਮੀ ਨਾਰਾਇਣਪੁਰਾ, ਚਮਰਾ ਚੌਨ, ਉਦਾਸਮਲ, ਇਹ ਸਾਰੀ ਜਗ੍ਹਾ ਤੇ ਪਹਿਲੀਆਂ ਹੈਗੀਆਂ ਤੇ ਜਾਂ ਬਾਗ ਹੈਗੇ ਆ ਗੁਰੂ ਨਾਨਕ ਦੇ ਨਾਮ ਦੇ ਉੱਤੇ। ਲੂਨਾਹਾਰਾ, ਸੁਦੀਖਾਂਡਾ, ਗਲਾਜ਼ਾਰੀ, ਕਾਲੀਓ ਪੋਖਾਰੀ, ਗੋਪਾ, ਕੁਸ਼ੂਪੁਰਾ, ਸ਼੍ਰੀ ਕਿਰਨਾ, ਗਣੇਸ਼ਪੁਰਾ, ਪੁਰਸ਼ੋਤਮਪੁਰ, ਮਹਾਪੁਰਾ, ਬਦੀਸ਼ਾ, ਤਾਰਾਹਾਨਾ ਵਗੈਰਾ ਦੇ ਵਿੱਚ 2219 ਏਕੜ ਦੇ ਵਿੱਚ ਕਰੀਬ ਜ਼ਮੀਨਾਂ ਹੈਗੀਆਂ। ਬਟ ਦਾ ਮਠ ਡਸ ਨੋਟ ਰਿਸੀਵ, ਪਰ ਮਠ ਕੋਲੇ 95% ਜਿਹੜੀ ਪ੍ਰੋਡਕਸ਼ਨ ਇਹਨਾਂ ਤੋਂ ਆਉਣੀ ਚਾਹੀਦੀ ਸੀ ਟੈਕਸ ਲਗਾਉਣ ਤੇ ਜਿਸ ਖਰਚੇ ਚੱਲਦੇ ਰਹਿਣ ਉਹ ਆਣੇ ਬੰਦ ਹੋ ਗਏ ਸੀ। ਇਸ ਕਰਕੇ ਇਹਨਾਂ ਨੇ ਜਿਹੜੀ ਪ੍ਰਾਪਰਟੀ ਜਿਹੜੀ ਬਾਹਰ ਬਣਾਈ ਸੀ ਦੁਕਾਨਾਂ ਜਾਂ ਜੋ ਵੀ ਦਿੱਤੀਆਂ ਉਹ ਮੰਗੂ ਮਠ ਦੇ ਖਰਚੇ ਚਲਾਉਣ ਲਈ ਸੀਗੀਆਂ, ਜਿਨ੍ਹਾਂ ਦੇ ਨਾਮ ਲੈ ਕੇ ਮੰਗੂ ਮਠ ਨੂੰ ਢਾਹ ਦਿੱਤਾ ਗਿਆ ਜੀ। ਹੁਣ ਜਿਹੜੇ ਜਿੰਨੇ ਵੀ ਰਿਕਾਰਡ ਹੈਗੇ ਨੇ ਇਹ ਮਠ ਦੇ ਸਾਰੇ ਸ਼੍ਰੀ ਮੰਦਿਰ ਦੇ ਸਮਿਤੀ ਦੇ ਕੋਲ ਇਹਨਾਂ ਦੇ ਰਜਿਸਟਰ ਨੰਬਰ, ਇਹਨਾਂ ਦੇ ਰਿਕਾਰਡ ਨੰਬਰ, ਪੇਜ ਨੰਬਰ ਇਹ ਸਾਰੇ ਮੈਂ ਪ੍ਰੋਵਾਈਡ ਕਰ ਦਿੱਤੇ ਹੈਗੇ ਆ। ਔਰ ਮੈਂ ਇਹ ਅਰਜ਼ ਕੀਤੀ ਸੀ ਚੇਅਰਪਰਸਨ ਇਕਬਾਲ ਸਿੰਘ ਲਾਲਪੁਰਾ ਨੂੰ ਕਿ ਮੈਂ ਇਹ ਨਹੀਂ ਕਹਿ ਸਕਦਾ ਕਿ ਜ਼ਮੀਨਾਂ ਦਾ ਹੁਣ ਕਰੰਟ ਸਟੇਟਸ ਕੀ ਹੈ, ਪਰ ਇਸ ਦਾ ਪੂਰਾ ਖੁਲਾਸਾ ਕੀਤਾ ਜਾਏ ਸਿੱਖ ਸੰਗਤਾਂ ਨੂੰ ਕਿ ਗੁਰੂ ਨਾਨਕ ਦੇਵ ਜੀ ਇਹਨਾਂ ਜ਼ਮੀਨਾਂ ਦੇ ਵਿੱਚ, ਇਹਨਾਂ ਪਿੰਡਾਂ ਦੇ ਵਿੱਚ ਜ਼ਮੀਨ ਹੈਗੀ ਜਾਂ ਸਾਰੇ ਪਿੰਡ ਗੁਰੂ ਨਾਨਕ ਦੇ ਨਾਮ ਨੇ, ਸਾਨੂੰ ਇਹਨਾਂ ਦਾ ਪੂਰਾ ਖੁਲਾਸਾ ਕਰਕੇ ਦਿੱਤਾ ਜਾਏ। ਇਸ ਦੀ ਕਾਰਵਾਈ ਚੱਲ ਰਹੀ ਹੈ ਜੀ। ਅੱਛਾ, ਇੱਕ ਇਹ ਦੱਸਿਓ ਕਿ ਉੜੀਸਾ ਸਰਕਾਰ ਦੇ ਇਸ ਸੰਬੰਧੀ ਕੀ ਨਜ਼ਰੀਆ ਰਿਹਾ, ਤੇ ਦੂਜੀ ਇਹ ਗੱਲ ਦੱਸਿਓ ਵੀ ਜਿਹੜੀ ਹੁਣ ਤੁਸੀਂ ਤਸਵੀਰ ਪਾਈ ਸੀ ਜਿਹਦੇ ਤੁਸੀਂ ਕਿਹਾ ਕਿ ਇੱਥੇ ਸੈਪਟਿਕ ਟੈਂਟ ਬਿਲਕੁਲ ਹੀ, ਜਿਹੜੀ ਮੈਂ ਤਸਵੀਰ ਦੇਖ ਰਿਹਾ ਮੰਗੂ ਮੱਠ ਤੋਂ ਮੇਰੇ ਖਿਆਲ ਨਾਲ ਬਿਲਕੁਲ ਹੀ ਇਹ ਕੋਈ 5-7 ਫੁੱਟ ਹੀ ਦੂਰ ਹੋਣਾ ਹੈ ਇਹ ਜਿਹੜੀ ਥਾਂ ਜਿੱਥੇ ਤੁਸੀਂ ਦੱਸਿਆ ਕਿ ਸੈਪਟਿਕ ਟੈਂਕ ਬਣਾ ਰਹੇ ਨੇ, ਇੱਥੇ ਟਾਇਲਟਸ ਜਾਂ ਇਸ਼ਨਾਨ ਘਰ ਬਣਾਏ ਜਾਣਗੇ ਬਿਲਕੁਲ ਸਾਹਮਣੇ। ਇਹ ਕਿੱਥੇ ਕੁ ਪਹੁੰਚ ਗਿਆ ਕੰਮ? ਤੁਸੀਂ ਇਹ 5 ਜਨਵਰੀ ਨੂੰ ਤਸਵੀਰ ਪਾਈ ਸੀ, ਸੋ ਬਿਲਕੁਲ ਤਾਜ਼ੀ ਤਸਵੀਰ ਹੈ ਜੀ। ਹਾਂਜੀ, ਇਹ 6 ਦਸੰਬਰ ਨੂੰ ਲਈ ਗਈ ਹੈ ਜੀ। ਅੱਛਾ, 6 ਦਸੰਬਰ ਨੂੰ, 1 ਮਹੀਨਾ ਹੋ ਗਿਆ। ਤੇ ਇਹ ਕੰਮ ਇਸੇ ਤਰੀਕੇ ਨਾਲ ਚੱਲ ਰਿਹਾ ਸੀ ਇਹ? ਹਾਂਜੀ, ਇਹ ਜੀ ਇਸ ਤਰ੍ਹਾਂ ਸੀਗਾ ਜੀ, ਹੁਣ ਇੱਥੇ ਬੈਠੇ ਸਾਨੂੰ ਇਹਦਾ ਪਤਾ ਨਹੀਂ ਜੀ ਪੁਰੀ ਵਾਲੇ ਜਾਂ ਕੋਈ ਵੀ ਪੁਰੀ, ਇਹ ਨਹੀਂ ਕਿ ਉੜੀਸਾ ਦੇ ਵਿੱਚ ਸਿੱਖ ਕੋਈ ਕਮਜ਼ੋਰ ਨੇ, ਬਹੁਤ ਤਗੜੇ ਸਿੱਖ ਹੈਗੇ ਨੇ, ਪੈਸੇ ਵਾਲੇ ਇੰਡਸਟਰੀਅਲਿਸਟ ਹੈਗੇ ਨੇ, ਪਰ ਸਾਹਿਬ ਕਹਿੰਦੇ ਨੇ ਅਸੀਂ ਸਰਕਾਰ ਦੇ ਖਿਲਾਫ ਨਹੀਂ ਜਾ ਸਕਦੇ। ਤੇ ਸਾਨੂੰ ਕੋਈ ਖਬਰਾਂ ਨਹੀਂ ਸੀ। ਇਹ ਚਲੋ ਇਹਨਾਂ ਨੇ ਵਿੱਕੀ ਥੋਮਸ ਵਗੈਰਾ ਨੇ ਵੀਡੀਓ ਸ਼ੂਟ ਕੀਤੀ ਸੀ, ਮੈਂ ਵੀਡੀਓ ਸਟਿਲ ਕੱਢੇ। ਮੈਂ ਫੋਨ ਕਰਕੇ ਪੁੱਛਿਆ ਪਿੱਛੇ ਕੰਸਟਰਕਸ਼ਨ ਕੀ ਹੋ ਰਹੀ ਹੈ, ਉਹ ਮੈਨੂੰ ਦੱਸ ਨਹੀਂ ਸਕੇ ਕੀ ਚੱਲ ਰਹੀ ਹੈ। ਮੈਂ ਪੂਰੀ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ, ਸਾਰੀ ਡਿਟੇਲ ਲੈਣ ਦੀ ਕੋਸ਼ਿਸ਼ ਕੀਤੀ, ਪਰ ਇੰਨਾ ਪਤਾ ਲੱਗਾ ਕਿ ਇੱਥੇ ਜੀ ਇਹ ਟੋਇਲਟ ਬਾਥ ਵਗੈਰਾ ਬਣਾ ਰਹੇ ਆ। ਬੜਾ ਰੋਹ ਚੜਿਆ ਤੇ ਉਹਦੇ ਬਾਅਦ ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਬਣਦਾ ਤੇ ਅਸੀਂ ਹੁਣ ਸੁਪਰੀਮ ਕੋਰਟ ਦੁਬਾਰਾ ਗਏ ਹਾਂ ਔਰ ਕੱਲ ਮੈਂ ਜਿਹੜੀ ਐਪਲੀਕੇਸ਼ਨ ਪਾ ਦਿੱਤੀ ਹੈ, ਮੇਰੇ ਵਕੀਲ ਵੱਲੋਂ ਕੱਲ ਜਮ੍ਹਾਂ ਹੋ ਗਈ ਹੈ ਜੀ। ਹੁਣ ਇਹਦੀ ਸਾਨੂੰ ਜਿਹੜੀ ਡੇਟ ਮਿਲਦੀ ਹੈ ਉਹ ਪਤਾ ਲੱਗੇਗਾ। ਪਰ ਇਹਦੇ ਵਿੱਚ ਜਿਹੜੀ ਹੁਣ ਮੈਨੂੰ ਤੁਸੀਂ ਸਵਾਲ ਕੀਤਾ ਉੜੀਸਾ ਸਰਕਾਰ ਦਾ ਐਟੀਟਿਊਡ, ਮੈਂ ਇਹ ਸਮਝਦਾ ਵਾਂ ਜਿਹੜੀ ਸਭ ਤੋਂ ਵੱਡੀ ਦੁੱਖ ਭਰੀ ਗੱਲ ਮੇਰੀ ਨਜ਼ਰ ਵਿੱਚ ਇੱਕ ਚੀਜ਼ ਆਈ ਹੈ ਕਿ ਪਤਾ ਨਹੀਂ ਹੈ ਕਿਉਂ ਹੁੰਦਾ ਹੈਗਾ ਕਿ ਜਿਹੜੀ ਸਾਡੀ ਸਿੱਖ ਕੁੜੀਆਂ ਨੌਨ ਸਿੱਖਸ ਨਾਲ ਵਿਆਹ ਕਰਦੀਆਂ ਉਹਨਾਂ ਦੀ ਔਲਾਦ ਸਿੱਖੀ ਦੀ ਦੁਸ਼ਮਣ ਕਿਉਂ ਨਿਕਲਦੀ ਹੈ, ਭਾਵੇਂ ਉਹ ਅਮਿਤਾਭ ਬੱਚਨ ਸੀ, ਭਾਵੇਂ ਜਗਦੀਸ਼ ਟਾਈਟਲਰ ਸੀ, ਭਾਵੇਂ ਅੱਜ ਦਾ ਨਵੀਨ ਪਟਨਾਇਕ ਹੈ ਉੜੀਸਾ ਦਾ ਮੁੱਖ ਮੰਤਰੀ, ਇਹ ਸਾਰੇ ਸਿੱਖ ਕਿਸਾਨਾਂ ਦੇ, ਸਿੱਖਾਂ ਦੇ ਖਿਲਾਫ ਕਿਉਂ ਹੁੰਦੇ ਨੇ, ਰੱਬ ਜਾਣੇ। ਹੁਣ ਇਹਦੇ ਵਿੱਚ ਇਹ ਹੈਗਾ ਕਿ ਇਸ ਮੰਦਿਰ ਦੇ ਵਿੱਚ 65,000 ਸਕੁਆਇਰ ਫੁੱਟ ਜ਼ਮੀਨ ਸਾਰੀ ਢਾਹ ਕੇ ਇਹਨਾਂ ਨੇ 75 ਮੀਟਰ ਹੀ ਜਗ੍ਹਾ ਕਿਉਂ ਲਈ? ਸਭ ਤੋਂ ਪਹਿਲਾਂ ਸਵਾਲ ਆਉਂਦਾ 100 ਮੀਟਰ ਵੀ ਲੈ ਸਕਦੇ ਸੀ ਨਾ, 75 ਮੀਟਰ ਦੇ ਉੱਤੇ ਇਹਨਾਂ ਦੀ ਸੂਈ ਕਿਉਂ ਉੱਠ ਗਈ? ਕਿਉਂਕਿ ਜੇ 100 ਮੀਟਰ ਲੈਂਦੇ ਤਾਂ ਰਾਜਾ ਰੁਦਰ ਪ੍ਰਤਾਪ ਦੇਵ ਦਾ ਮਹਿਲ ਵਿੱਚ ਆ ਜਾਣਾ ਸੀ। ਇਹ ਨਹੀਂ ਸੀ, ਉਸ ਨੂੰ ਬਚਾਉਣ ਦੇ ਲਈ ਇਹਨਾਂ ਨੇ ਆਪਣੀ ਸੂਈ 75 ਮੀਟਰ ਤੱਕ ਰੋਕ ਲਈ। ਔਰ ਦੂਜੀ ਗੱਲ ਇਹ ਹੈਗੀ ਆ ਕਿ ਇਹਨਾਂ ਨੇ ਤੋੜੇ ਇੱਕ ਮੰਦਿਰ ਦੀ, ਸਾਨੂੰ ਮੇਰੇ ਖਿਆਲ 8x8 ਦਾ ਮੰਦਿਰ ਦਾ ਕਮਰਾ ਹੋਣਾ ਜਿਹਨੂੰ ਪੂਜਾ ਘਰ ਬੋਲਦੇ ਆ, ਗਰਭ ਗ੍ਰਹਿ ਬੋਲਦੇ ਆ ਇਹ ਆਪਣੇ ਭਾਸ਼ਾ ਦੇ ਵਿੱਚ। ਉੱਥੇ ਵੈਸੇ ਸਾਡੇ ਕੋਲ, ਮੇਰੇ ਕੋਲ ਉਸ ਸਥਾਨ ਦੀ 1993 ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ ਹੋਏ ਦੀ ਫੋਟੋ ਹੈਗੀ ਹੈ ਇਸ ਸਥਾਨ ਦੇ ਉੱਤੇ। ਇਸ ਕਰਕੇ ਇਹ ਵੀ ਕਹਿਣਾ ਗਲਤ ਹੋਵੇਗਾ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨਹੀਂ ਸੀ। ਪ੍ਰਬੰਧ ਇਹਦਾ ਉਦਾਸੇ ਕੋਲੇ ਸੀਗਾ ਤੇ ਉਦਾਸੀ ਆਪਣੇ ਸਵਾਰਥ ਕਰਕੇ ਜਾਂ ਸਿੱਖਾਂ ਦੀ ਆਮਦ ਘੱਟ ਹੋਣ ਕਰਕੇ ਉਹਨਾਂ ਨੇ ਜਗਨਨਾਥ ਦੀ ਮੂਰਤੀ ਰੱਖ ਦਿੱਤੀ, ਬਾਬਾ ਸ਼੍ਰੀ ਚੰਦ ਦੀ ਮੂਰਤੀ ਪਹਿਲਾਂ ਹੀ ਪਈ ਸੀ ਔਰ ਮਤਲਬ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਹਨਾਂ ਨੇ ਚੁੱਕ ਦਿੱਤਾ। ਇਹ ਹੋਇਆ ਜਿਹਦਾ ਪਤਾ ਸ਼ਾਇਦ ਬਾਹਰ ਨਹੀਂ ਲੱਗਾ ਕਿਉਂਕਿ ਲੋਕੀ ਇੰਨਾ ਜ਼ਿਆਦਾ ਆਉਂਦੇ ਜਾਂਦੇ ਰਹੀ ਸੀ ਔਰ ਪੂਰੀ ਸਿੱਖ ਵਸੋਂ ਵੀ ਘੱਟ ਸੀ ਜੀ, ਜਾਂ ਜਿਹੜੇ ਮਾੜੇ ਮੋਟੇ ਸੀਗੇ ਉਹਨਾਂ ਨੇ ਖਾਸ ਗੌਰ ਨਹੀਂ ਕੀਤਾ ਉਹਨਾਂ। ਉਸ ਤੋਂ ਬਾਅਦ ਇਹਨਾਂ ਨੇ ਮਠ ਸਾਰੇ ਤੋੜੇ ਨੇ, ਪਰ ਗੁਰੂ ਨਾਨਕ ਦੇਵ ਜੀ ਇੱਕੋ ਨਿਸ਼ਾਨੀ ਸੀ, ਭਾਵੇਂ ਮਠ ਭਾਵੇਂ ਇਹਨਾਂ ਨੇ 10 ਤੋੜੇ 20 ਤੋੜੇ ਜਿੰਨੇ ਵੀ ਸੀਗੇ ਉਹ ਸਾਰੇ ਤਾਂ ਇਹਨਾਂ ਦੇ ਹੀ ਸੀਗੇ ਨਾ। ਸਾਡੇ ਤੇ ਇੱਕੋ ਹੀ ਥਾਂ ਸੀਗੀ, ਸਾਡੀ ਇੱਕੋ ਥਾਂ ਵੀ ਇਹਨਾਂ ਨੇ ਤੋੜ ਦਿੱਤੀ ਨਿਸ਼ਾਨੀ ਗੁਰੂ ਨਾਨਕ ਦੀ। ਇਹ ਉਸੇ ਤਰ੍ਹਾਂ ਦੇ ਉੱਤੇ ਤੋੜੀ ਗਈ ਹੈ ਜਿਸ ਤਰ੍ਹਾਂ ਉੱਤੇ ਗਿਆਨ ਗੋਦੜੀ ਤੋੜਿਆ ਗਿਆ। ਗਿਆਨ ਗੋਦੜੀ ਦਾ ਉਹਦੇ ਸਾਰੇ ਸਬੂਤ ਮਿਟਾ ਦਿੱਤੇ ਨੇ ਸਰਕਾਰ ਨੇ। ਉਹ ਮੰਨ ਕੇ ਰਾਜੀ ਨਹੀਂ ਕਿ ਕਦੀ ਗੁਰਦੁਆਰਾ ਸੀਗਾ ਸਰਕਾਰ। ਇੱਦਾਂ ਹੀ ਸਾਡੇ ਇੱਥੇ ਮੰਗੂ ਮੱਠ ਤੇ ਹੋਣਾ ਕੱਲ ਨੂੰ ਜੇ ਅਸੀਂ ਨਹੀਂ ਪੈਰਵੀ ਕਰਦੇ। ਇਹ ਨਿਸ਼ਾਨੀ ਮਿਟਾ ਰਹੇ ਨੇ। ਗੁਰੂ ਡੰਗ ਮਾਰ ਵਿੱਚ ਵੀ ਸਿੱਖਮ ਸਰਕਾਰ ਉੱਤੇ ਨਿਸ਼ਾਨੀ ਤੇ ਮਿਟਾ ਰਹੀ ਹੈ। ਉਹ ਕਹਿੰਦੀ ਗੁਰੂ ਨਾਨਕ ਜੀ ਇੱਥੇ ਆਏ ਹੀ ਨਹੀਂ। ਸਾਨੂੰ ਇਹ ਲਿਟੀਗੇਸ਼ਨ ਵਿੱਚ ਜ਼ਬਰਦਸਤੀ ਘਸੀਟਿਆ ਜਾਂਦਾ ਔਰ ਸਾਡੇ ਕੋਲ ਸਬੂਤ ਮੰਗੇ ਜਾਂਦੇ ਨੇ। ਅਸੀਂ 500 ਸਾਲ ਪੁਰਾਣੇ ਸਬੂਤ ਇਕੱਠੇ ਕਰਦੇ ਹਾਂ ਕਿ ਕਿਸੇ ਇਹਨਾਂ ਦੇ ਆਪਣੇ
ਸਾਰੇ ਮੈਨੂਸਕ੍ਰਿਪਟ ਭਾਲਦੇ, ਕਿਸੇ ਜਗ੍ਹਾ ਟਰੂਥ ਮਿਲ ਜਾਏ। ਚਲੋ ਸ਼ੁਕਰ ਹੈ ਰੱਬ ਦਾ, ਸਾਡੇ ਸਿੱਖ ਹਿਸਟੋਰੀਅਨ ਨੇ, ਜਿਵੇਂ ਡਾਕਟਰ ਤ੍ਰਿਲੋਚਨ ਸਿੰਘ ਜੀ ਹੋਏ, ਡਾਕਟਰ ਗੰਡਾ ਸਿੰਘ ਹੋਏ, ਭਾਈ ਵੀਰ ਸਿੰਘ ਜੀ ਹੋਏ, ਇਹਨਾਂ ਸਾਰਿਆਂ ਨੇ ਲਿਖਤਾਂ ਕੀਤੀਆਂ। ਗਿਆਨੀ ਗਿਆਨ ਸਿੰਘ ਨੇ ਤਵਾਰੀ ਖਾਲਸਾ ਵਿੱਚ ਹਵਾਲੇ ਦੇ ਗਏ। ਇਸ ਕਰਕੇ ਸਾਨੂੰ ਥੋੜ੍ਹੀ ਜਿਹੀ ਸੌਖ ਹੋ ਜਾਂਦੀ ਹੈ, ਫਿਰ ਵੀ ਬੜਾ ਮੁਸ਼ਕਿਲ ਹੁੰਦਾ। ਮੈਂ ਹਾਂਜੀ ਦੱਸ ਰਿਹਾ ਸੀਗਾ ਮੰਗੂ ਮਠ ਦੇ ਉੱਤੇ, ਤਾਂ ਇਹ ਜਿਹੜੇ 3 ਸਥਾਨ ਹੈਗੇ ਨੇ, 2 ਤੇ ਟੁੱਟ ਚੁੱਕੇ ਨੇ, ਹੁਣ ਆਰਤੀ 1 ਰਹਿ ਗਿਆ। ਇਸ ਦੇ ਨਾਲ ਇੱਕ ਉੱਥੇ ਪ੍ਰਾਈਵੇਟ ਗੁਰਦੁਆਰਾ ਜ਼ਰੂਰ ਹੈ ਜਿਸ ਨੂੰ ਗਲਤ ਪ੍ਰਚਾਰਿਆ ਜਾਂਦਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਆਰਤੀ ਉਚਾਰਨ ਕੀਤਾ, ਕਿਉਂਕਿ ਉਸਦਾ ਨਾਮ ਆਰਤੀ ਸਾਹਿਬ ਰੱਖਿਆ ਹੋਇਆ। ਉਹ ਇੱਕ ਪਰਸਨਲ ਗੁਰਦੁਆਰਾ, ਉਹਦਾ ਸਿੱਖ ਇਤਿਹਾਸ ਨਾਲ ਉਸ ਸਥਾਨ ਦਾ ਕੁਝ ਲੈਣਾ ਦੇਣਾ ਨਹੀਂ ਹੈ। ਅੱਛਾ, ਸਵਾਰਥਾਂ ਕਰਕੇ ਉੱਥੇ ਗਲਤ ਪ੍ਰਚਾਰ ਕੀਤਾ ਜਾਂਦਾ। ਤੇ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਉੱਥੇ ਦੇ ਸਿੱਖਾਂ ਨੇ, ਜਿਸ ਤਰ੍ਹਾਂ ਵੱਡੇ ਸਰਮਾਏਦਾਰ ਨੇ, ਉਹਨਾਂ ਨੇ ਕਿਹਾ ਸੀ ਸਰਕਾਰ ਖਿਲਾਫ ਨਹੀਂ ਬੋਲ ਸਕਦੇ। ਇਹੀ ਪੋਜੀਸ਼ਨ ਅਸੀਂ ਸਿੱਕਿਮ ਦੇ ਕੇਸ ਵਿੱਚ ਦੇਖੀ, ਗੁਰਦੁਆਰਾ ਡਾਂਗਮਾਰ ਦੇ ਕੇਸ ਵਿੱਚ, ਜਿਹੜੀ ਗੁਰਦੁਆਰਾ ਸਿਲੀਗੁੜੀ ਹੈਗੀ ਹੈ ਵੈਸਟ ਬੰਗਾਲ ਸਿੱਕਿਮ ਦੇ ਬੂਹੇ ਦੇ ਉੱਤੇ ਜੀ, ਉਹਨਾਂ ਨੇ ਇਸ ਕੇਸ ਵਿੱਚ ਪਟੀਸ਼ਨ ਬਣੇ ਸੀਗੇ ਤੇ ਮੇਰਾ 5 ਸਾਲ ਮੇਰਾ ਉਹਨਾਂ ਨੇ ਵਿਰੋਧ ਕੀਤਾ। ਗੁਰਦੁਆਰਾ 3 ਕਮੇਟੀਆਂ ਨੇ ਮਿਲ ਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਕਮੇਟੀ ਅਤੇ ਸਿਲੀਗੁੜੀ ਕਮੇਟੀ ਨੇ, ਮੇਰੇ ਆਦਿ ਸੁਪਰੀਮ ਕੋਰਟ ਦਾ ਆਰਡਰ ਸੀਗਾ ਕਿ ਇਸ ਕੇਸ ਨੂੰ ਜੁਆਇਨ ਕਰਾਂ, ਪਰ ਇਹਨਾਂ ਨੇ ਮੈਨੂੰ 5 ਸਾਲ ਇਸ ਕੇਸ ਵਿੱਚ, 4 ਸਾਲ ਇਹਨਾਂ ਦੀ ਸਟਰਗਲ ਹੋ ਗਈ, 4-4.5 ਸਾਲ ਇਹਨਾਂ ਨੇ ਮੈਨੂੰ ਇਸ ਕੇਸ ਦੀ ਪਾਰਟੀ ਨਹੀਂ ਬਣਨ ਦਿੱਤਾ। ਫਿਰ ਜਾ ਕੇ ਮੈਂ ਪਾਰਟੀ ਬਣਿਆ। ਖੈਰ ਉਸ 'ਤੇ ਮੈਂ ਬਾਅਦ 'ਚ ਗੱਲ ਕਰਦਾ। ਮੰਗੂ ਮਠ ਦੀ ਗੱਲ ਕਰਾਂ ਕਿ ਇਹ ਸਰਮਾਏਦਾਰ ਜਿਹੜੇ ਕਿ ਨੇ, ਇਹਨਾਂ ਦੇ ਆਪਣੇ ਵਪਾਰਕ ਹਿੱਤ ਹੁੰਦੇ ਨੇ, ਚਾਰੇ ਪਾਸੇ ਸਟੇਟਾਂ ਵਿੱਚ ਕੰਮ ਕਰਦੇ ਨੇ, ਇਹ ਸਰਕਾਰ ਖਿਲਾਫ ਮੂੰਹ ਨਹੀਂ ਖੋਲ ਸਕਦੇ ਤੇ ਸਰਕਾਰ ਚੀਜ਼ ਦਾ ਨਜਾਇਜ਼ ਫਾਇਦਾ ਚੁੱਕਦੇ ਹੋਏ ਜੋ ਆਪਣੀ ਮਰਜ਼ੀ ਕਰਦੀ ਹੈ। ਅਸੀਂ ਲਿਟੀਗੇਸ਼ਨ ਵਿੱਚ ਫਸਦੇ ਹਾਂ, ਪੈਰਵੀ ਕੋਰਟ ਦੀ ਪੈਰਵੀ ਕਰਦੇ ਹਾਂ, ਕਈ ਸਾਲ ਅਸੀਂ ਕੇਸ ਲੜਦੇ ਹਾਂ, ਸਾਨੂੰ ਬੰਦ ਦਿੱਤਾ ਜਾਂਦਾ ਕਾਨੂੰਨਾਂ ਦੇ ਵਿੱਚ। ਇਹ ਹੋ ਰਿਹਾ ਸਾਡੇ ਨਾਲ ਇੰਡੀਆ ਵਿੱਚ। ਗਿਆਨ ਗੋਦੜੀ 'ਚ ਅਸੀਂ ਇਹੀ ਦੇਖਿਆ ਸੀ। ਗਿਆਨ ਗੋਦੜੀ ਦੇ ਵਿੱਚ ਸਾਡੇ ਕੋਲ 1935 ਤੱਕ ਦੇ ਗੁਰਦੁਆਰੇ ਦੇ ਰਿਕਾਰਡ ਮੌਜੂਦ ਨੇ। ਇਸ ਸਥਾਨ ਨੂੰ ਇੱਕ ਰਿਆਸਤ ਹੁੰਦੀ ਸੀ ਲੰਡੌਰਾ, ਉਸਦੇ ਨਵਾਬ ਸਾਹਿਬ ਨੇ ਸਥਾਨ ਦਿੱਤਾ ਸੀ ਗੁਰਦੁਆਰਾ ਬਣਾਉਣ ਦੇ ਲਈ। ਉਹਨਾਂ ਦੀ ਵਾਈਫ ਜਿਹੜੀ ਸੀ ਉਹ ਪਿੱਛੋਂ ਦੀ ਪਟਿਆਲਾ ਸਟੇਟ ਤੋਂ ਨਾਲ ਸੰਬੰਧ ਰੱਖਦੀ ਸੀ, ਇਸ ਕਰਕੇ ਪ੍ਰਤੀ ਇਹਨਾਂ ਦੇ ਝੁਕਾਓ ਸੀ। ਪਰ ਅੱਜ ਦੀ ਸਰਕਾਰ ਨੇ, ਉੱਤਰਾਖੰਡ ਜਦੋਂ ਉਸ ਵੇਲੇ ਯੂਪੀ ਗਵਰਨਮੈਂਟ ਸੀ, ਅੱਜ ਉੱਤਰਾਖੰਡ ਹੈ, ਪਰ ਸਰਕਾਰ ਕੋਈ ਵੀ ਹੋਵੇ ਮੇਜੋਰਿਟੀ ਉਹੀ ਹੈ, ਕੰਮ ਉਹੀ ਹੈ, ਮਸ਼ੀਨਰੀ ਉਹੀ ਹੈ। ਨਤੀਜਾ ਇਹ ਹੈਗਾ ਕਿ ਗੁਰਦੁਆਰੇ ਦੀ ਪੋਜੀਸ਼ਨ ਉਹੀ ਹੈ। ਗੁਰਦੁਆਰੇ ਦਾ ਅੱਜ ਵੀ ਇਹ ਬਣਾ ਕੇ ਉੱਥੇ ਰਾਜੀ ਨਹੀਂ। ਮੰਗੂ ਮਠ ਉੱਥੇ ਹਰਕੀ ਪੈੜੀ ਦੇ ਉੱਤੇ ਚਾਹੇ ਇਹਨਾਂ ਦੇ 5 ਮੰਦਰ ਹੋਣਗੇ, ਪਰ ਸਾਡਾ ਇੱਕ ਸਥਾਨ ਹੋਏਗਾ ਤੇ ਉੱਥੇ ਆਪਰੇਸ਼ਨ ਲਗਾ ਦਿੰਦੇ ਕਿ ਜਿੱਥੇ ਕੁੰਭ ਦਾ ਮੇਲਾ ਪੈਂਦਾ, ਰਸ਼ ਪੈਂਦਾ, ਅਸੀਂ ਪਬਲਿਕ ਇੱਥੇ ਗੁਰਦੁਆਰਾ ਹੋਏਗਾ ਤਾਂ ਭੀੜ ਹੋਏਗੀ, ਅਸੀਂ ਇੰਤਜ਼ਾਮ ਨਹੀਂ ਕਰ ਸਕਦੇ। ਉਹ ਲੱਖਾਂ ਲੋਕਾਂ ਨੂੰ ਜਿਸ ਸਥਾਨ ਤੇ ਕੁੰਭ ਦਾ ਇੰਤਜ਼ਾਮ ਹੁੰਦਾ, ਉੱਥੇ ਕਿਸੇ ਵੇਲੇ ਪਹਿਲੀ ਗੱਲ ਤਾਂ ਆਇਆ ਗਿਆ ਹੀ ਬੰਦਾ ਹੁੰਦਾ ਜਿਹੜਾ ਫੁੱਲ ਚੜਾ ਅਕਸਰ ਪ੍ਰੋਵਾਈਡ ਕਰਨ ਜਾਂਦਾ, ਹਰਿਦੁਆਰ ਹੋ ਹੀ ਜਾਂਦਾ, ਹੋਰ ਤੇ ਕੋਈ ਜਾਂਦਾ ਨਹੀਂ। ਲੋਕਲ ਸੰਗਤ ਕਿੰਨੀ ਗੁਰਦੁਆਰੇ ਜਾਂਦੀ ਹੈ, ਗਿਣਤੀ ਦੇ ਗੁਰਦੁਆਰੇ ਮੰਦਰ ਹੋਣਗੇ, ਪਰ ਉਹ ਇਹਨਾਂ ਨੂੰ ਬਰਦਾਸ਼ਤ ਨਹੀਂ। ਇੱਕ ਇਹ ਦੱਸਿਓ ਜੀ ਜੇ ਸਾਡਾ ਕੋਈ ਸਰੋਤਾ ਵੀ ਜਿਹੜੇ ਸੁਣ ਰਹੇ ਨੇ, ਜੇ ਕੋਈ ਗੱਲ ਕਰਨਾ ਚਾਹੁੰਦੇ ਨੇ, ਕੋਈ ਪੁੱਛਣਾ ਚਾਹੁੰਦੇ ਨੇ ਜਮੀਰ ਸਿੰਘ ਉਹਨਾਂ ਨੂੰ, ਤਾਂ ਤੁਸੀਂ ਕਾਲ ਕਰ ਸਕਦੇ ਹੋ 604-204-0600 'ਤੇ। ਤਾਂ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੀ ਸਿੱਧੀ ਗੱਲ ਕਰਾਵਾਂ ਜੇ ਤੁਸੀਂ ਕੋਈ ਸਵਾਲ ਕਰਨਾ। ਇੱਕ ਇਹ ਦੱਸਿਓ ਜੀ ਕਿ ਇਹਨਾਂ ਮਾਮਲਿਆਂ ਦੇ ਵਿੱਚ, ਕਿਉਂਕਿ 2019 ਦੀਆਂ ਮੈਂ ਦੇਖ ਰਿਹਾ ਸੀ ਜਦੋਂ ਖਬਰਾਂ, ਉਹ 'ਚ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਵੀ ਜਿਹੜੀ ਸੀ ਆਲੋਚਨਾ ਕੀਤੀ ਸੀ, ਜਿਹੜਾ ਮੰਗੂ ਮੱਠ ਗੁਰੂ ਘਰ ਦਾ, ਜਿਹੜਾ ਗੁਰਦੁਆਰੇ ਦਾ ਜਾਂ ਕਹਿ ਲਓ ਧਾਰਮਿਕ ਸਥਾਨ ਦਾ ਜਿਹੜਾ ਹਿੱਸਾ ਸੀ ਉਹ ਢਾਇਆ ਗਿਆ ਸੀਗਾ। ਅਤੇ ਉਸ ਸਮੇਂ ਸ਼੍ਰੋਮਣੀ ਕਮੇਟੀ ਨੇ ਵੀ ਕਿਹਾ ਸੀ ਅਸੀਂ ਆਪਣੇ ਵਫਦ ਭੇਜਾਂਗੇ। ਹੋਰ ਇੱਧਰੋਂ ਵੀ ਜਿਹੜੇ ਵਿਧਾਇਕ ਸੀ ਬੈਂਸ ਬ੍ਰਦਰ, ਉਹਨਾਂ ਨੇ ਵੀ ਮੁੱਦਾ ਚੱਕਿਆ। ਕੈਪਟਨ ਸਾਹਿਬ ਨੇ ਕਿਹਾ ਸੀ ਕਿ ਉੜੀਸਾ ਦੇ ਮੁੱਖ ਮੰਤਰੀ ਨੂੰ ਵੀ ਉਹ ਖੁਦ ਦਖਲ ਦੇਣ। ਸੋ ਤੁਸੀਂ ਵੀ ਇਸ ਮਾਮਲੇ ਤੋਂ ਜੁੜੇ ਹੋਏ ਚਿਰ ਦੇ, ਸੋ ਇਹ ਦੱਸਿਓ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ ਨਜ਼ਰੀਆ ਇਸ ਸਮੇਂ ਮੰਗੂ ਮੱਠ ਦੇ ਉੱਤੇ, ਕਿ ਹੁਣ ਕੋਈ ਪੈਰਵਾਈ ਹੋ ਰਹੀ ਹੈ ਜਦੋਂ ਹੁਣ ਇੱਕ ਹੋਰ ਉੱਥੇ ਵਿਵਾਦਿਤ ਢਾਂਚਾ ਬਣਾਇਆ ਜਾ ਰਿਹਾ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਸ਼੍ਰੋਮਣੀ ਕਮੇਟੀ ਦੇ ਰੋਲ ਤੇ ਆਉਣਾ ਪਏਗਾ, ਕਿਉਂਕਿ ਇਹਨਾਂ ਦਾ ਵਫਦ ਗਿਆ ਸੀਗਾ ਸਤੰਬਰ ਦੇ ਵਿੱਚ ਇੱਥੇ ਮੰਗੂ ਮੱਠ, ਸਤੰਬਰ 2019 ਦੇ ਵਿੱਚ, ਸੈਪਟੈਂਬਰ ਦੇ ਵਿੱਚ। ਔਰ ਇਹਨਾਂ ਨੇ ਉੱਥੇ ਜਾ ਕੇ ਕਹਿ ਦਿੱਤਾ ਸੀ, ਇਹਨਾਂ ਦੇ ਵਫਦ ਨੇ ਕਲਿੰਗਾ ਟੀਵੀ ਦੇ ਉੱਤੇ, ਲੋਕਲ ਟੀਵੀ ਉੱਥੇ ਦਾ, ਕਿ ਗੁਰੂ ਨਾਨਕ ਜੀ ਦੇ ਇੱਥੇ ਆਉਣ ਦਾ ਸਾਡੇ ਕੋਲ ਕੋਈ ਪ੍ਰਮਾਣ ਮੌਜੂਦ ਨਹੀਂ ਹੈ ਔਰ ਸਾਡਾ ਸਿੱਖਾਂ ਦਾ ਇਸ ਨਾਲ ਕੋਈ ਸੰਬੰਧ ਨਹੀਂ ਹੈ, ਸਾਨੂੰ ਮੰਗੂ ਮੱਠ ਨਾਲ ਕੁਝ ਲੈਣਾ ਦੇਣਾ ਨਹੀਂ। ਇਹਨਾਂ ਦੀ ਇਹ ਗੱਲ ਸੁਣ ਕੇ, ਔਰ ਉਸ ਤੋਂ ਪਹਿਲਾਂ ਦਿੱਲੀ ਕਮੇਟੀ 3-4 ਦਿਨ ਲੱਗੀ ਰਹੀ ਹੈ ਉੱਥੇ, ਕੋਸ਼ਿਸ਼ ਕਰਦੀ ਰਹੀ ਹੈ ਦਿੱਲੀ ਕਮੇਟੀ ਅਖਬਾਰ ਦੀ ਰਿਪੋਰਟ ਆ ਕਹਿੰਦੀ ਹੈ, ਦਿੱਲੀ ਕਮੇਟੀ ਦੇ ਬਿਆਨ ਇਹੋ ਹੀ ਸੀ, ਪਰ ਮੈਂ ਇਹਨਾਂ ਦੀ ਵੀਡੀਓ ਤੇ ਦਿੱਲੀ ਕਮੇਟੀ ਦੀ ਤੇ ਨਹੀਂ ਸੁਣੀ। ਹਾਂ, ਅਖਬਾਰਾਂ ਦੀ ਰਿਪੋਰਟਾਂ ਜ਼ਰੂਰ ਦੇਖੀਆਂ ਜਿਨ੍ਹਾਂ ਨੇ ਇਹੀ ਬਿਆਨ ਦੀ ਤਸਦੀਕ ਕੀਤੀ ਹੈ ਕਿ ਇਹਨਾਂ ਨੇ ਵੀ ਇਹੀ ਕਿਹਾ ਕਿ ਸਾਡੇ ਲਈ ਗੁਰਾਂ ਦੀ ਇਸ ਨਾਲ ਕੋਈ ਸੰਬੰਧ ਨਹੀਂ। ਪਰ ਜਦੋਂ ਮੈਂ ਇਹਨਾਂ ਨੂੰ ਦੋਨਾਂ ਕਮੇਟੀਆਂ ਨੂੰ ਫੇਲ ਦੇਖਿਆ, ਫਿਰ ਚੂੰਕਿ ਪੜ੍ਹਿਆ ਅੱਗੇ ਸੀਗਾ ਮੈਂ ਥੋੜ੍ਹਾ ਬਹੁਤਾ, ਤੇ ਇਸ ਕਰਕੇ ਮੈਂ ਸਬੂਤ ਇਕੱਠੇ ਕੀਤੇ। ਮੈਂ ਇੱਕ ਰਾਤ ਵਿੱਚ 7 ਸਬੂਤ ਇਕੱਠੇ ਕੀਤੇ ਤੇ ਮੈਂ ਭੇਜੇ ਉੜੀਸਾ ਦੇ ਲੋਕਾਂ ਕੋਲੋਂ ਵੀ। ਮੈਂ 1-2 ਕੋਲੋਂ ਤਸਦੀਕ ਕਰਵਾਇਆ ਕਿ ਵੀ ਕੋਈ ਗਲਤੀ ਨਾ ਹੋ ਜਾਏ। ਹਾਲਾਂਕਿ ਉਹਨਾਂ ਨੇ ਇੱਕ ਅੱਧੀ ਗਲਤੀ ਮੇਰੇ ਵਿੱਚ ਜਾਣਬੁੱਝ ਕੇ ਕਰ ਦਿੱਤੀ ਸੀ ਮੇਰੀ ਪਟੀਸ਼ਨ ਦੇ ਵਿੱਚ, ਪਰ ਉਹ ਮੈਂ ਜਿਹੜੀ ਕੱਲ੍ਹ ਪਾਈ ਹੈ ਉਹਦੇ ਵਿੱਚ ਮੈਂ ਉਸ ਦਾ ਸੁਧਾਰ ਕਰ ਦਿੱਤਾ। ਪਰ ਫਿਰ ਵੀ ਜਿਹੜਾ ਹੈਗਾ ਕਿ ਮੈਂ ਉਸ ਨੂੰ ਪਾਇਆ ਤੇ ਉਸ ਕੇਸ ਮੈਂ ਸਿੱਧਾ ਸੁਪਰੀਮ ਕੋਰਟ ਚਲਾ ਗਿਆ
ਮੈਂ ਟਾਈਮ ਨਹੀਂ ਵੇਸਟ ਕੀਤਾ। ਇਹਨਾਂ ਲੋਕਾਂ ਨੇ ਟਾਈਮ ਵੇਸਟ ਕੀਤਾ। ਇਹਨਾਂ ਨੇ ਇਹ ਮੁੜ ਕੇ ਇਸ ਕੇਸ ਵਿੱਚ ਕਦੀ ਪਾਰਟੀ ਇਹਨਾਂ ਨੇ ਕੋਸ਼ਿਸ਼ ਵੀ ਨਹੀਂ ਕੀਤੀ, ਕਿਉਂਕਿ ਇਹਨਾਂ ਦਾ ਜੁਰਿਸਡਿਕਸ਼ਨ ਏਰੀਆ ਵੀ ਹੈ ਨੀਗਾ, ਇਹ ਕੁਝ ਕਰ ਵੀ ਨਹੀਂ ਸਕੇ। ਪਰ ਮੈਨੂੰ ਇਹਨਾਂ ਨੇ ਸਪੋਰਟ ਨਹੀਂ ਕੀਤਾ। ਉਹਦੇ ਬਾਅਦ ਮੈਂ ਅਗਲੀ ਗੱਲ ਤੇ ਬਾਅਦ ਦੱਸਾਂਗਾ। ਪਹਿਲਾਂ ਆਨੇ ਸੀ ਕੈਪਟਨ ਅਮਰਿੰਦਰ ਦੀ ਗੱਲ ਤੇ। ਅਮਰਿੰਦਰ ਨੇ ਇਸ ਮਾਮਲੇ 'ਚ ਨਵੀਨ ਪਟਨਾਇਕ ਨੂੰ ਅਪਰੋਚ ਜ਼ਰੂਰ ਕੀਤਾ ਸੀ ਔਰ ਕਿਹਾ ਵੀ ਸੀਗਾ ਵੀ ਇਸ ਮਾਮਲੇ 'ਚ ਦੇਖਿਆ ਕਿ ਇਸ ਨੂੰ ਨਾ ਤੋੜਿਆ ਜਾਏ, ਪਰ ਉੜੀਸਾ ਸਰਕਾਰ ਨੇ ਆਪਣੀ ਕਾਰਵਾਈ ਕੀਤੀ। ਬੈਂਸ ਭਰਾਵਾਂ ਦਾ ਇਸ ਤਰ੍ਹਾਂ ਦਾ ਹਿਸਾਬ ਹੈਗਾ ਜੀ, ਸਾਨੂੰ 19 ਦਸੰਬਰ 2019 ਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇੱਕ ਸਾਨੂੰ ਕਾਲ ਕੀਤੀ, ਸਾਰਿਆਂ ਨੂੰ, ਗੁਰੂ ਡਾਂਗਮਾਰ ਔਰ ਗੁਰੂ ਮੰਗੂ ਮਠ ਦੇ ਕੇਸ ਵਿੱਚ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਔਰ ਇੱਕ ਦੋ ਹੋਰ ਸੰਬੰਧਿਤ ਬੰਦੇ ਜਿਹੜੇ ਸੀਗੇ, ਜਿਹੜੇ ਥੋੜ੍ਹੀ ਬਹੁਤ ਵਿੱਚ ਦਖਲਅੰਦਾਜ਼ੀ ਜਾਂ ਰੋਲ ਪਲੇ ਕਰਦੇ ਸੀ, ਉਹਨਾਂ ਨੂੰ ਬੁਲਾਇਆ ਗਿਆ। ਉੜੀਸਾ ਵਾਲੇ ਇਹਨਾਂ ਦੀ ਗੁਰਦੁਆਰਾ ਸਿੱਖ ਪ੍ਰਤੀਨਿਧੀ ਬੋਰਡ ਹੈਗਾ, ਉਹਨਾਂ ਦੇ ਮੈਂਬਰਸ ਨੂੰ ਬੁਲਾਇਆ ਗਿਆ, ਜਿਨ੍ਹਾਂ ਵਿੱਚ ਸਤਪਾਲ ਪਾਲਾਈਟਸ ਵਾਲੇ ਮੁੱਖ ਸੀਗੇ। ਔਰ ਇਹਨਾਂ ਲੋਕਾਂ ਨੇ ਆਏ, ਆਰਤੀ ਸਾਹਿਬ ਦੇ ਸੰਚਾਲਕ ਹੈਗੇ ਆ ਬਾਬਾ ਜਗਜੀਤ ਸਿੰਘ, ਇਹਨਾਂ ਦੇ ਬਾਬਾ ਸ਼ਮਸ਼ੇਰ ਸਿੰਘ ਦੇ ਬੇਟੇ, ਉਹ ਵੀ ਆਏ। ਸਾਰਿਆਂ ਨੂੰ ਕਿਹਾ ਕਿ ਬਈ ਮਿਲ ਕੇ ਚੱਲੋ, ਅਜਮੇਰ ਸਿੰਘ ਦਾ ਵਿਰੋਧ ਨਾ ਕੀਤਾ ਜਾਏ। ਪਰ ਇਹਨਾਂ ਨੇ ਨਾ ਤੇ ਮੇਰਾ ਵਿਰੋਧ ਛੱਡਿਆ ਔਰ ਨਾ ਹੀ ਇਹਨਾਂ ਨੇ ਇਸ ਕੇਸ ਵਿੱਚ ਬਸ ਮੀਟਿੰਗਾਂ ਕਰਦੇ ਰਹੇ। ਅਸੀਂ ਕਿਹਾ ਜੀ ਵਕੀਲਾਂ ਨੇ ਇਸ ਕੇਸ ਦਾ ਕੁੱਲ ਖਰਚਾ 20 ਲੱਖ ਦੱਸਿਆ, ਉਦੋਂ ਦੀ ਗੱਲ ਕਰ ਰਿਹਾ ਮੈਂ 2019 ਦੀ, ਤੇ ਦੱਸਿਆ ਹੈਗਾ ਤੇ ਤੁਸੀਂ ਇਸ ਕੇਸ ਨੂੰ, ਮਤਲਬ ਮੈਂ ਕਹਿੰਦਾ ਤੁਸੀਂ ਕੇਸ ਨੂੰ ਸਪਾਂਸਰ ਕਰੋ ਜਾਂ ਸਾਨੂੰ ਵਕੀਲ ਦਿਓ, ਦੋ ਹੀ ਗੱਲਾਂ ਨੇ ਜੀ। ਨਾ ਇਹਨਾਂ ਨੇ ਵਕੀਲ ਦਿੱਤੇ, ਨਾ ਇਸ ਕੇਸ ਨੂੰ ਸਪਾਂਸਰ ਕੀਤਾ, ਸਾਨੂੰ ਟਾਲ ਮਟੋਲ ਕਰਦੇ ਇਹਨਾਂ ਨੇ 6 ਮਹੀਨੇ ਸਾਲ ਗੁਜ਼ਾਰ ਦਿੱਤਾ। ਔਰ ਗੁਰਦੁਆਰਾ ਡਾਂਗਮਾਰ ਵਿੱਚ ਮੇਰਾ ਇਹਨਾਂ ਨੇ ਵਿਰੋਧ ਜਾਰੀ ਰੱਖਿਆ, ਜਿਸ ਕਰਕੇ ਇਹ ਕਮੇਟੀ ਦੇ ਵਿੱਚ ਮੈਂ ਬਾਹਰ ਹੋ ਗਿਆ, ਕਿਉਂਕਿ ਇਹਨਾਂ ਨੇ ਸ਼੍ਰੋਮਣੀ ਕਮੇਟੀ ਔਰ ਦਿੱਲੀ ਕਮੇਟੀ ਦੇ ਰਲਵਾ ਅੱਜ ਜਿਹੜੇ ਸਕੱਤਰ ਨੇ ਦਿੱਲੀ ਕਮੇਟੀ ਦੇ ਜਗਦੀਪ ਸਿੰਘ ਕਾਲੋਂ ਔਰ ਮਨਜਿੰਦਰ ਸਿੰਘ ਸਿਰਸਾ, ਇਹ ਮੁੱਖ ਤੌਰ ਤੇ ਦਿੱਲੀ ਕਮੇਟੀ 'ਚ ਮੇਰਾ ਵਿਰੋਧ ਕਰਦੇ ਰਹੇ। ਸ਼੍ਰੋਮਣੀ ਕਮੇਟੀ ਦੇ ਕੇਸ ਦੇਖਣ ਵਾਲੇ ਇਹੀ ਸੀਗੇ ਰਜਿੰਦਰ ਸਿੰਘ ਮਹਿਤਾ ਜੀ, ਅੱਜ ਵੀ ਜਨਰਲ ਸੈਕਟਰੀ ਆਪਾਂ ਜੀ। ਅਜਮੇਰ ਸਿੰਘ ਜੀ, ਆਪਾਂ ਜਾਰੀ ਰੱਖਦੇ ਗੱਲਬਾਤ ਜੀ। ਆਪਣੇ ਨਾਲ ਕਾਲਰ ਜੁੜੇ ਨੇ, ਅਮਰਜੀਤ ਸੰਧੂ ਹੁਣੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ। ਹੈਲੋ ਜੀ ਜੀ ਅਮਰਜੀਤ ਸੰਧੂ ਜੀ, ਹੈਲੋ, ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਜਾਂ ਇਹ ਵੀ ਇਹਨਾਂ ਨੇ ਜਦੋਂ ਇਹ ਕਹਿੰਦੇ ਆ ਵੀ ਪਹਿਲਾਂ ਤੇ ਸਬੂਤ ਨਹੀਂ ਸੀ, ਪਰ ਜਦੋਂ ਇਹਨਾਂ ਨੇ ਹੁਣ ਸਬੂਤ ਸਾਰੇ ਇਕੱਠੇ ਕਰ ਲਏ ਨੇ ਤੇ ਹੁਣ ਇਹਨਾਂ ਨੇ ਸ਼੍ਰੋਮਣੀ ਕਮੇਟੀ ਨਾਲ ਕੋਈ ਗੱਲ ਕੀਤੀ ਇਸ ਟਾਈਮ ਤੇ ਜਾਂ ਨਹੀਂ ਕੀਤੀ? ਬਸ ਇੰਨਾ ਹੀ ਸਵਾਲ ਹੈ ਜੀ ਮੇਰਾ। ਥੈਂਕ ਯੂ ਜੀ। ਹਾਂਜੀ, ਵਾਹਿਗੁਰੂ ਜੀ। ਮੈਂ ਇਹਨਾਂ ਨੂੰ ਪਿਛਲੇ ਮਹੀਨੇ ਮੈਂ WhatsApp ਮੈਸੇਜ ਮੇਰੇ ਕੋਲ ਮੌਜੂਦ ਹੈਗੇ ਨੇ ਮੇਰੇ ਫੋਨ ਦੇ ਵਿੱਚ, ਮੈਂ ਉਹਨਾਂ ਦੀ ਕਾਪੀ ਚਾਹੋ ਤਾਂ ਭੇਜ ਸਕਦਾ। ਮੈਂ ਰਜਿੰਦਰ ਸਿੰਘ ਮਹਿਤਾ ਜੋ ਇਸ ਵੇਲੇ ਜਨਰਲ ਸੈਕਟਰੀ ਨੇ ਔਰ ਮੰਗੂ ਮਠ ਕੇਸ ਦੇ ਵਿੱਚ ਦੇ ਇੰਚਾਰਜ ਵੀ ਇਹੀ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ, ਮੈਂ ਇਹਨਾਂ ਨੂੰ ਲਿਖ ਕੇ ਭੇਜੀ ਇਹ ਗੱਲ ਕਿ ਜੀ ਮੈਂ ਕੋਈ ਈਗੋ ਨਹੀਂ ਕਰ ਰਿਹਾ। ਜੇ ਤੁਸੀਂ ਸੋਚਦੇ ਹੋ ਕਿ ਮੈਂ ਆਪਣੀ ਕੋਈ ਈਗੋ ਲੈ ਕੇ ਚੱਲ ਰਿਹਾ ਜਾਂ ਮੈਨੂੰ ਇਸ ਚੀਜ਼ ਦਾ, ਮੈਂ ਆਪਣੀ ਈਗੋ ਨੂੰ ਛੱਡ ਦਿਆਂ। ਮੈਂ ਤੁਹਾਡੇ ਅੱਗੇ ਰਿਕੁਐਸਟ ਕਰਦਾ ਕਿ ਤੁਸੀਂ ਇਸ ਕੇਸ ਨੂੰ ਲੜ ਲਓ, ਇਸ ਕੇਸ ਨੂੰ ਸਪਾਂਸਰ ਕਰੋ, ਇਸ ਕੇਸ ਨੂੰ ਆਪਣੇ ਹੱਥੀਂ ਲੈ ਲਓ। ਜਿਸ ਦਿਨ ਕੋਰਟ ਦੀ ਤਰੀਕ ਹੋਏਗੀ, ਕਿਉਂਕਿ ਕੇਸ ਮੇਰੇ ਨਾਮ ਤੇ ਚੱਲਣਾ, ਮੈਂ ਪਟੀਸ਼ਨਰ ਹੈਗਾ, ਤਾਂ ਮੈਂ ਕੇਸ ਵਿੱਚ ਹਾਜ਼ਰੀ ਹੋ ਜਾਵਾਂਗਾ। ਮੈਂ ਦਿੱਲੀ ਰਹਿਣਾ, ਸੁਪਰੀਮ ਕੋਰਟ ਲੜਨ ਦੇ ਵਿੱਚ, ਕੇਸ ਲੜਨ ਦੇ ਆਉਣ ਜਾਣ ਦੇ ਵਿੱਚ ਕੋਈ ਖਰਚਾ ਇੱਥੇ ਕੋਈ ਖਾਸ ਨਹੀਂ ਹੋਣਾ, ਜੋ ਥੋੜਾ ਬਹੁਤ ਹੋਏਗਾ ਮੈਂ ਸਹਿ ਲਾਂਗਾ, ਪਰ ਕੇਸ ਨੂੰ ਤੁਸੀਂ ਲੜ ਲਓ। ਇਹਨਾਂ ਨੇ ਅੱਜ ਤੱਕ ਮੈਨੂੰ ਜਵਾਬ ਨਹੀਂ ਦਿੱਤਾ, ਸ਼ਾਇਦ ਮਹੀਨਾ ਤਾਂ ਹੋ ਹੀ ਚੱਲਿਆ ਜੀ। ਇਹਨਾਂ ਨੇ ਕੋਈ ਤੁਹਾਡੇ ਵੱਲੋਂ ਪਹੁੰਚ ਕੀਤੀ ਗਈ ਸੀ? ਹਾਂਜੀ, ਮੈਂ ਪਹੁੰਚ ਕੀਤੀ, ਮੈਂ ਤਾਂ ਮਿਹਨਤ ਕੀਤੀਆਂ ਜੀ। ਪਹੁੰਚ ਵੱਖਰੀ ਗੱਲ ਹੁੰਦੀ ਹੈ, ਮੈਂ ਤਾਂ ਮਿਹਨਤਾਂ ਕੀਤੀਆਂ ਕਿ ਤੁਸੀਂ ਇਸ ਕੇਸ ਨੂੰ ਲੜ ਲਓ, ਕਿ ਮੈਂ ਇਸ ਕੇਸ ਨੂੰ ਇੰਨਾ ਪੈਸਾ ਇਕੱਠਾ ਮੈਂ ਕਿਸ ਬੇਸ ਤੇ ਮੰਗਾ। ਭਾਰਤ ਸਰਕਾਰ ਵੀ ਤਾਂ ਸਾਨੂੰ ਈਡੀ ਦੇ ਮਾਮਲੇ, ਇਨਕਮ ਟੈਕਸ ਦੇ ਮਾਮਲੇ, ਕਈ ਮਾਮਲੇ ਫਸਾ ਦਿੰਦੀ ਹੈ। ਮੈਂ ਅੱਗੇ ਤੁਸੀਂ ਜਿਹੜੀ ਤੁਸੀਂ ਸੁਪਰੀਮ ਕੋਰਟ 'ਚ ਹੁਣ ਅੱਜ ਦੱਸਿਆ ਕਿ ਤੁਸੀਂ ਅਰਜ਼ੀ ਲਾਈ ਹੈ, ਉਹਦੇ ਵਿੱਚ ਤੁਸੀਂ ਕੀ ਜਿਹੜੇ ਕਿਸ ਆਧਾਰ ਤੇ ਲਾਈ ਹੈ ਜੀ, ਕੀ ਮੰਗ ਤੁਸੀਂ ਕਰ ਰਹੇ ਹੋ ਉੱਥੇ ਸੁਪਰੀਮ ਕੋਰਟ ਦੇ ਵਿੱਚ? ਸਰ, ਜਿਹੜੀ ਮੈਂ ਪਹਿਲਾਂ ਐਪਲੀਕੇਸ਼ਨ ਲਈ ਸੀ, ਪਹਿਲਾਂ ਤਾਂ ਉਸੇ ਬੇਸ ਦੀ ਉਸਦੀ ਕਾਪੀ ਵੀ ਨਾਲ ਲੱਗੀ ਹੈ, ਕਿਉਂਕਿ ਇੰਟਰਵੈਂਸ਼ਨ ਐਪਲੀਕੇਸ਼ਨ ਮੇਰੀ ਪਹਿਲਾਂ ਲੱਗੀ, ਉਹਦੇ 7 ਸਬੂਤ ਲੱਗੇ ਹੋਏ ਸੀ। ਸਬੂਤ ਅੱਜ ਵੀ ਕਾਇਮ ਨੇ, ਕੋਈ ਚੇਂਜ ਤੇ ਹੋਏ ਨਹੀਂ, ਸਬੂਤ ਤੇ ਹੋਈ ਨੇ। ਇਹਦੇ ਵਿੱਚ ਹੈਗਾ ਕਿ ਮੰਦਿਰ ਕਮੇਟੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਆਉਣ ਦਾ ਔਰ ਹਿੰਦੂ ਕ੍ਰਿਸ਼ਨ ਭਗਤ ਕੈਪਟਨ ਨੇ ਮਹਾਂਪ੍ਰਭੂ ਬੋਲਦੇ ਸੀਗੇ, ਉਹਦੇ ਨਾਲ ਕੁਝ ਹੋਰ ਉਹਦੇ ਸਾਧਨਾਂ ਦੇ ਨਾਲ ਇਹਨਾਂ ਦੀ ਗੱਲਬਾਤ ਹੁੰਦੀ ਰਹੀ ਹੈ। ਸ਼ਾਇਦ 2-2.5 ਮਹੀਨੇ ਉੱਥੇ ਇਹਨਾਂ ਨੇ ਇਕੱਠੇ ਪ੍ਰਵਾਸ ਕੀਤਾ, ਜੋ ਮੰਦਿਰ ਦੇ ਰਿਕਾਰਡ ਦੱਸਦੇ ਨੇ। ਉਹ ਇਹ ਦੱਸਦੇ ਨੇ ਕਿ ਗੁਰੂ ਨਾਨਕ ਜੀ ਇੱਥੇ ਆਏ ਔਰ ਚੇਤਨ ਮਹਾਂਪ੍ਰਭੂ ਦੇ ਨਾਲ ਇਹਨਾਂ ਦੀ ਰਿਲੀਜੀਅਸ ਡਿਸਕੋਰਸ ਹੁੰਦਾ ਰਿਹਾ, ਗੱਲਾਂ ਬਾਤਾਂ ਚੱਲਦੀ ਰਹੀਆਂ। ਔਰ ਇਹ ਇਹਨਾਂ ਦੇ ਜਿਹੜੇ ਹੈਗੇ ਨੇ, ਉਹ ਜਿਹੜੇ ਭੋਜ ਪੱਤਰ ਹੁੰਦੇ ਸੀ ਪੁਰਾਣੇ ਜ਼ਮਾਨੇ 'ਚ, ਮੈਨੂਸਕ੍ਰਿਪਟ ਨੂੰ ਕਹਿੰਦੇ ਸੀ, ਪੱਤਿਆਂ ਦੇ ਉੱਤੇ ਲਿਖਿਆ ਹੁੰਦਾ ਸੀਗਾ, ਉਹਨਾਂ ਦੇ 5-5 ਲਾਈਨਾਂ ਹਰ ਪੱਤੇ ਉੱਤੇ ਲਿਖੀਆਂ ਹੋਈਆਂ, ਉਹ ਪੂਰੇ ਰਿਕਾਰਡ ਮੌਜੂਦ ਹੈਗੇ ਨੇ। ਸਭ ਤੋਂ ਵੱਡਾ ਤੇ ਪਹਿਲਾ ਸਬੂਤ ਇਹੀ ਹੈਗਾ ਗੁਰੂ ਨਾਨਕ ਜੀ ਇੱਥੇ ਆਉਣ ਦਾ। ਉਸ ਤੋਂ ਬਾਅਦ ਉਹਨਾਂ ਨੇ ਹੀ ਸਾਰੇ ਸਬੂਤਾਂ ਦੇ ਲਿਖਿਆ, ਇਹ ਵੀ ਆਰਤੀ ਦੇ ਉਚਾਰਨ ਦਾ ਵੀ ਸਾਰਾ ਰੈਫਰੈਂਸ ਉਹਦੇ ਵਿੱਚ ਮੌਜੂਦ ਹੈ। ਤੇ ਇਸ ਦੇ ਨਾਲ ਹੀ ਜਿਹੜਾ ਹੈਗਾ, ਮਤਲਬ ਕਿ ਆਰਤੀ ਇੱਥੇ ਉਚਾਰਨ ਜੋ ਹੋਈ, ਇਹ ਸਾਰੀ ਗੱਲਾਂ ਰਿਕਾਰਡ ਉੱਤੇ ਹੈਗੀ ਨੇ। ਭਾਈ ਵੀਰ ਸਿੰਘ ਜੀ ਨੇ ਗੁਰੂ ਨਾਨਕ ਚਮਤਕਾਰ ਦੇ ਵਿੱਚ ਇਸਦੀ ਪੂਰੀ ਡਿਟੇਲ ਦਿੱਤੀ ਹੈ, ਘੱਟੋ ਘੱਟ 15-20 ਪੇਜ ਦਾ ਪੂਰਾ ਉਹਨੇ ਬੁੱਕ ਦੇ ਵਿੱਚ ਇਸਦਾ ਚੈਪਟਰ ਹੈਗਾ,
ਜਿਹਦੇ ਵਿੱਚ ਪੂਰੀ ਡਿਟੇਲ ਨਾਲ ਲਿਖਿਆ ਹੋਇਆ ਗੁਰੂ ਨਾਨਕ ਦੇਵ ਜੀ ਨੇ ਇਤਿਹਾਸ 'ਚ ਕੀ ਕੁਝ ਕੀਤਾ। ਗਿਆਨ ਸਿੰਘ ਖਾਲਸਾ ਜੀ ਦਾ ਇਹਦੇ 'ਚ ਤਵਾਰੀਖ ਖਾਲਸਾ ਵਿੱਚ ਇਹਦਾ ਰੈਫਰੈਂਸ ਹੈ। ਡਾਕਟਰ ਗੰਡਾ ਸਿੰਘ ਨੇ ਲਿਖਿਆ, ਡਾਕਟਰ त्रिलोचन ਸਿੰਘ ਜੀ ਨੇ ਲਿਖਿਆ, ਕਾਨ ਸਿੰਘ ਨਾਭਾ ਜੀ ਨੇ ਇਸ ਬਾਰੇ ਵਿੱਚ ਆਪਣੇ ਮਹਾਕੋਸ਼ ਵਿੱਚ ਹੋਰ ਜਗ੍ਹਾ ਵੀ ਲਿਖਿਆ ਹੋਇਆ, ਤੇ ਇਸ ਕਰਕੇ ਸਬੂਤ ਕਾਫੀ ਸੀ। ਇਹ ਸਾਰੇ ਮੈਂ ਇਕੱਠੇ ਕੀਤੇ ਔਰ ਮੈਂ ਐਪਲੀਕੇਸ਼ਨ ਲਗਾਈ ਸੀ। ਕੱਲ੍ਹ ਦੀ ਐਪਲੀਕੇਸ਼ਨ ਇਹਨਾਂ ਤੋਂ ਥੋੜ੍ਹੀ ਹਟ ਕੇ ਸੀ ਕਿਉਂਕਿ 3 ਸਾਲ ਤੋਂ ਕੇਸ ਬੰਦ ਪਿਆ ਸੀ, ਔਰ ਇਹਦੇ ਵਿੱਚ ਅਸੀਂ ਉਸਦਾ ਰੈਫਰੈਂਸ ਦਿੰਦੇ ਹੋਏ ਇਹ ਮੰਗ ਕੀਤੀ ਹੈ ਕਿ ਜਿਹੜੀ ਉੜੀਸਾ ਸਰਕਾਰ ਮੰਗੂ ਮੱਠ ਦੇ ਜੋ ਇਹਨਾਂ ਨੇ ਉੱਥੇ ਉਹਨੂੰ ਬਣਾਇਆ ਤੋੜਿਆ ਜਾ ਰਹੀ ਸੀ, ਡਿਟੇਲ ਮੈਂ ਬਾਅਦ ਦੇਣਾ, ਜੋ ਤੋੜ ਫੋੜ ਕੀਤੀ ਜਾ ਰਹੀ ਹੈ ਇਸਨੂੰ ਰੋਕਿਆ ਜਾਏ। ਇਹ ਤੋੜ ਫੋੜ ਕੀ ਕੀਤੀ ਜਾ ਰਹੀ ਹੈ, ਇਸਦੀ ਡਿਟੇਲ ਵੀ ਮੈਂ ਸੰਗਤਾਂ ਨੂੰ ਦੇ ਦਿੰਦਾ। ਮੈਂ ਨਹੀਂ ਸਮਝਦਾ ਕਿ ਉੜੀਸਾ ਸਰਕਾਰ ਨੇ ਸਾਡੇ ਮੂੰਹ ਤੇ ਜੋ ਚਪੇੜ ਮਾਰੀ ਹੈ ਅਸੀਂ ਭੁੱਲ ਸਕਾਂਗੇ। ਇਹਨਾਂ ਨੇ ਇਸ ਪਵਿੱਤਰ ਸਥਾਨ ਤੇ ਜਿੱਥੇ ਗੁਰੂ ਨਾਨਕ ਦੇਵ ਜੀ ਆ ਕੇ ਬੈਠੇ, ਉਹ ਜੋ 8x8 ਦਾ ਕਮਰਾ ਹੈ ਮੁਸ਼ਕਿਲ ਦੇ ਨਾਲ, ਉਸਦੇ ਬੂਹੇ ਦੇ ਉੱਤੇ ਯਾਨੀ ਉਸ ਕਮਰੇ ਦੀ ਨੀਂਹ ਇਹਨਾਂ ਨੇ ਤੋੜ ਕੇ ਉੱਥੇ ਸੈਪਟਿਕ ਟੈਂਕ ਦਾ ਪਿਲਰ ਬਣਾਇਆ, ਤੁਸੀਂ ਦੇਖ ਸਕਦੇ ਹੋ। ਔਰ ਉਸ ਸੈਪਟਿਕ ਟੈਂਕ ਨੂੰ ਸੀਵਰ ਲਾਈਨ ਪੂਰੀ ਬਣੀ ਉਸ ਨਾਲ ਕਨੈਕਟਡ ਤੁਸੀਂ ਫੋਟੋ ਵਿੱਚ ਦੇਖ ਸਕਦੇ ਹੋ। ਇਹ ਜਿਹੜੀ ਚੀਜ਼ ਹੈਗੀ ਹੈ ਇੱਕ ਬਹੁਤ ਹੀ ਸ਼ੈਤਾਨੀ ਚਾਲ ਹੈ ਕਿ ਉੱਥੇ ਗੰਦ ਉੱਥੇ ਹੀ, ਔਰ ਉਸੇ ਜਗ੍ਹਾ ਦੀ ਜਿਹੜਾ ਬੂਹਾ ਹੈ ਉਹਦੇ ਨਾਲ ਹੀ ਉਹ ਪੁਰਾਣਾ ਖੂਹ ਵੀ ਮੌਜੂਦ ਹੈ, 500 ਸਾਲ ਪੁਰਾਣਾ ਉਸ ਟਾਈਮ ਦਾ ਮੰਗੂ ਮੱਠ ਦਾ। ਉਸ ਖੂਹ ਦਾ ਪਾਣੀ ਵੀ ਇਹਨਾਂ ਨੇ ਕੰਟੈਮੀਨੇਟ ਕਰ ਦੇਣਾ। ਸੈਪਟਿਕ ਟੈਂਕ ਬਣਿਆ, ਇਹਨਾਂ ਦੀ ਹਰਕਤਾਂ ਦੇਖ ਲਓ, ਸਾਡੀ ਨਿਸ਼ਾਨੇ ਨੂੰ ਕਿਵੇਂ ਮਿਟਾਇਆ ਜਾ ਰਿਹਾ ਹੈ। ਔਰ ਅਸੀਂ ਇਸ ਚੀਜ਼ ਨੂੰ ਰੁਕਵਾਉਣ ਦੇ ਲਈ ਮੈਂ ਸੁਪਰੀਮ ਕੋਰਟ ਆਇਆ ਹਾਂ। ਫੈਸਲਾ ਕੀ ਹੋਗਾ ਇਹ ਮੈਂ ਨਹੀਂ ਜਾਣਦਾ ਜੀ, ਮੈਂ ਤਾਂ ਸਿਰਫ ਆਪਣੀ ਕੋਸ਼ਿਸ਼ ਕਰਦਾ। ਗੁਰੂ ਸਾਹਿਬ ਨੇ ਕਿਹਾ ਜਿਸਕਾ ਕਾਰਜ ਤਿਥि किया मानस क्या बेचारा राम। ਅਸੀਂ ਆਪਣੇ ਐਫਰਟਸ ਕਰ ਰਹੇ ਹਾਂ ਔਰ ਓਨੈਸਟਲੀ ਕਰ ਰਹੇ ਹਾਂ ਜੀ। ਔਰ ਇਸ ਚੀਜ਼ ਨੂੰ ਮੈਂ ਰੋਕਣਾ ਚਾਹੁੰਦਾ ਕਿ ਸੈਪਟਿਕ ਟੈਂਕ ਔਰ ਪਬਲਿਕ ਬਾਥਰੂਮ ਦਾ ਗੁਰੂ ਨਾਨਕ ਦੇਵ ਦੇ ਬੂਹੇ ਦੇ ਉੱਤੇ, ਜਿਸ ਮੰਗੂ ਮੱਠ ਦਾ ਜਿਹੜਾ ਬੂਹਾ ਫੋਟੋ ਵਿੱਚ ਕਲੀਅਰ ਹੈ, ਜਿਸ ਕਮਰੇ ਦੀ 8x8 ਦੇ ਕਮਰੇ ਦੀ ਫਾਊਂਡੇਸ਼ਨ ਤੋੜੀ ਗਈ ਹੋਏ ਉੱਥੇ ਜਗ੍ਹਾ ਕਿੰਨੀ ਬਚਦੀ ਤੁਸੀਂ ਆਪ ਹੀ ਦੇਖ ਲਓ। ਐਂਟਰੈਂਸ ਦੇ ਉੱਤੇ ਹੀ ਇਹਨਾਂ ਨੇ ਇਹ ਸਭ ਕੁਝ ਬਣਾਇਆ ਜਾ ਰਿਹਾ, ਕਿੱਦਾਂ ਬਰਦਾਸ਼ਤ ਕਰਾਂਗੇ ਅਸੀਂ ਜੀ। ਤੁਸੀਂ ਅਜਮੇਰ ਸਿੰਘ ਜੀ, ਇਹ ਜਿਹੜੀ ਮੰਗੂ ਮੱਠ ਬਾਰੇ ਸਾਰੀ ਸਥਿਤੀ ਉਹ ਸਪਸ਼ਟ ਕਰ ਦਿੱਤੀ ਆ। ਜਿਹੜੇ ਸਾਡੇ ਸਰੋਤੇ ਨੇ ਸਵਾਲ ਪੁੱਛਿਆ ਤੁਸੀਂ ਉਹਦਾ ਜਵਾਬ ਦੇ ਦਿੱਤਾ। ਹੁਣ ਇਹ ਦੱਸਿਓ ਇੱਕ ਵਾਰੀ ਅਖੀਰਲਾ ਹੀ ਸਵਾਲ ਆ ਕਿ ਜਿਹੜਾ ਗੁਰਦੁਆਰਾ ਡਾਂਗਮਾਰ ਸਾਹਿਬ ਦਾ ਮਸਲਾ ਸੀ ਉਹਨੂੰ ਜੇ ਤੁਸੀਂ ਸੰਖੇਪ 'ਚ ਸਮਝਾ ਸਕੋ ਤੇ ਉਹ 'ਚ ਕਿੰਨੀ ਕੁ ਕਾਮਯਾਬੀ ਮਿਲੀ ਤੁਹਾਨੂੰ, ਜਿਹੜਾ ਸਿੱਕਮ ਦੇ ਨਾਰਥ ਸਿੱਕਮ ਦੇ ਵਿੱਚ ਜਿਹੜਾ ਸੀਗਾ? ਸਰ ਜੀ, ਸਿੱਕਮ ਦੇ ਗੁਰਦੁਆਰਾ ਗੁਰੂ ਡਾਂਗਮਾਰ, ਇਹਦੇ ਮੈਂ ਗੁਰੂ ਨਾਨਕ ਸਾਹਿਬ ਦਾ ਚਮਤਕਾਰ ਹੀ ਦੇਖਿਆ ਹੈ। ਸੱਚੀ ਗੱਲ ਤੇ ਪੁੱਛੀ ਤਾਂ ਮੈਂ ਸੱਚਮ ਤੁਹਾਨੂੰ ਦੱਸਦਾ, ਜਿਸ ਵੇਲੇ ਅਸੀਂ ਇਸ ਕੇਸ ਵਿੱਚ ਪਏ ਸੀਗੇ, ਸਾਡੇ ਲਈ ਉੱਥੇ ਦਾ ਕੋਈ ਸਬੂਤ ਨਹੀਂ ਸੀ, ਨਾ ਸਾਨੂੰ ਕੇਸ ਦੀ ਜਾਣਕਾਰੀ ਸੀ। ਉਸ ਕੇਸ ਦੀ ਜਾਣਕਾਰੀ ਮੈਂ ਚਾਹਾਂ ਲਵਾਂਗਾ ਸਰ, ਇਸ ਕੇਸ ਵਿੱਚ ਥੋੜੀ ਡਿਟੇਲ ਬਹੁਤ ਜ਼ਰੂਰੀ ਸੰਗਤਾਂ ਨੂੰ ਦੱਸਣੀ ਤੁਹਾਡੇ ਚੈਨਲ ਦੇ ਥਰੂ। ਇਸ ਕੇਸ ਦੇ ਵਿੱਚ ਇਸ ਤਰ੍ਹਾਂ ਸੀ, ਜਦੋਂ ਅਸੀਂ ਇਸ ਕੇਸ ਵਿੱਚ ਸ਼ੁਰੂ ਵਿੱਚ 2017 ਦੇ ਸਿਆਲਾਂ ਦੇ ਵਿੱਚ ਹੀ ਨਵੰਬਰ ਦਸੰਬਰ ਤੋਂ ਲੈ ਕੇ ਸ਼ਾਇਦ ਅਪ੍ਰੈਲ ਮਈ ਤੱਕ ਸਾਡੀ ਸੁਣਵਾਈ ਨਹੀਂ ਹੋਈ। 4 ਡੇਟਸ ਅਸੀਂ ਜਾਂਦੇ ਸੀਗੇ ਕਿ ਜੈਸਾ ਛੁੱਟੀ ਹੁੰਦੀ ਸੀ ਜਾਂ ਕੋਈ ਨਾ ਕੋਈ ਬਹਾਨਾ ਛੁੱਟੀ ਹੁੰਦਾ ਸੀ, ਪੈਸਾ ਖਰਾਬ ਹੁੰਦਾ ਸੀ, ਝੱਕ ਮਾਰ ਕੇ ਵਾਪਸ ਆਉਂਦੇ ਸੀ, ਬੜਾ ਦੁੱਖ ਹੁੰਦਾ ਸੀ ਕਿ ਪੈਸੇ ਵੀ ਨਹੀਂ ਸੀਗੇ, ਥੋੜੇ ਪੈਸੇ ਹੁੰਦੇ ਜੇ ਕੋਈ ਜ਼ਿਆਦਾ ਹੁੰਦੇ ਨਹੀਂ, ਟਿਕਟਾਂ ਦਾ ਖਰਚਾ ਤਾਂ ਵੀ ਵਾਹਵਾ ਖਰਚਾ ਹੋ ਜਾਂਦਾ, ਕਰੀਬ 70-80 ਹਜ਼ਾਰ ਰੁਪਏ ਸਾਡਾ ਇੱਕ ਤਰੀਕ ਦਾ ਖਰਚਾ ਆ ਜਾਂਦਾ ਇੰਡੀਅਨ ਰੁਪੀਜ਼ ਦਾ। ਤੇ ਅਸੀਂ ਬੜੇ ਪਰੇਸ਼ਾਨ ਹੋਏ ਸੀਗੇ, ਪਰ ਮੈਂ ਇੱਥੇ ਆ ਕੇ ਘਰੇ ਆਪਣਾ ਸਮਾਂ ਖਰਾਬ ਨਹੀਂ ਕੀਤਾ। ਮੈਂ ਰੋਜ਼ ਰਾਤ ਨੂੰ ਜਦੋਂ ਕੰਪਿਊਟਰ ਖੋਲਦਾ ਸੀਗਾ, ਲੈਪਟਾਪ ਖੋਲਦਾ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਕਿ ਬਾਬਾ ਜੀ ਮੈਂ ਇਹਨੇ ਪੁਰਾਣੇ ਸਬੂਤ ਕਿੱਥੋਂ ਲਿਆਵਾਂ, ਕੋਈ ਸਬੂਤ ਦਿਓ। ਭਾਲਦੇ ਸਰ ਸਬੂਤ ਮਿਲਿਆ। ਡਾਕਟਰ ਅਮਰਾਗ ਸਿੰਘ ਨੇ ਮੈਨੂੰ ਇੱਕ ਆਪਣੇ ਪਿਤਾ ਦੀ ਲਿਖਤਾਂ ਦਿੱਤੀਆਂ, ਡਾਕਟਰ त्रिलोचन ਸਿੰਘ ਦੀਆਂ, ਉਹ ਵੀ ਬੜਾ ਸਹਾਰਾ ਸੀ ਪਰ ਸਮਝ ਨਹੀਂ ਸੀ ਆਉਂਦੀਆਂ। ਅਸੀਂ ਗੁਰੂ ਨਾਨਕ ਸਾਹਿਬ ਅੱਗੇ ਰੋਜ਼ ਅਰਦਾਸ ਕਰਦੇ ਸੀ ਤੇ ਰੋਜ਼ ਕੋਈ ਨਾ ਕੋਈ ਅਸੀਂ ਚੀਜ਼ ਭਾਲਦੇ ਸੀ, ਸਾਨੂੰ ਮਿਲਦੀ ਸੀ। ਉਸ ਦੇ ਬਾਅਦ ਕੀ ਹੋਇਆ, ਅਸੀਂ ਇਸ ਕੇਸ ਵਿੱਚ ਮਾਸਟਰੀ ਕਰ ਲਈ ਸਿੱਕਿਮ ਦੇ ਉੱਤੇ, ਸਿੱਕਿਮ ਦੀ ਐਵੋਲੂਸ਼ਨ, ਸਿੱਕਿਮ ਦੇ ਰਿਲੀਜਨ, ਇਹਦੀ ਹਿਸਟਰੀ ਸਭ ਦੀ ਜਾਣਕਾਰੀ ਹੋ ਗਈ ਕੰਪਲੀਟ। ਔਰ ਅਸੀਂ ਇਹ ਦੇਖ ਲਿਆ। ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ, ਮੇਰੇ ਕੋਲ ਇੱਕ ਸਬੂਤ ਆਇਆ ਜੋ ਇਹਨਾਂ ਨੇ ਕਿਹਾ ਗੁਰੂ ਨਾਨਕ ਦੇਵ ਜੀ ਨਹੀਂ ਆਏ। ਗੁਰੂ ਨਾਨਕ ਦੇਵ ਜੀ ਗਏ ਸੀ ਇੱਥੇ 1516 ਦੇ ਵਿੱਚ ਸ਼ਾਇਦ ਗਏ ਆ ਕਿ ਇੱਥੇ ਉੱਥੇ ਜਿਹੜਾ ਹੈਗਾ ਕਿ ਮਾਸਟਰ ਪਦਮ ਸਭਾ 8ਵੀਂ ਸੈਂਚੁਰੀ ਵਿੱਚ ਯਾਨੀ ਕਿ ਅੱਜ ਤੋਂ 1200 ਸਾਲ ਪਹਿਲਾਂ ਉੱਥੇ ਆਇਆ। ਇਹ ਕਹਿੰਦੇ ਆ ਗੁਰੂ ਨਾਨਕ ਦੇਵ ਜੀ ਨਹੀਂ ਆਏ। ਸਾਨੂੰ 1200 ਸਾਲ ਪੁਰਾਣਾ ਸਬੂਤ ਮੈਨੂੰ ਮਿਲਿਆ, ਮੈਂ ਉਹ ਲਗਾ ਦਿੱਤਾ, ਜਿਸ ਵਿੱਚ ਕਿ ਮਾਸਟਰ ਪਦਮ ਸਿੰਘ ਦੀ ਵਾਈਫ ਦੀ ਬਾਇਓਗ੍ਰਾਫੀ ਔਰ ਮਾਸਟਰ ਪਦਮ ਸਿੰਘ ਵੱਲੋਂ ਲਿਖੀ ਗਈ ਮਾਸਟਰ ਪਦਮ ਸਿੰਘ ਦੀ ਬਾਇਓਗ੍ਰਾਫੀ ਔਰ ਉਸਦੀ ਵਾਈਫ ਦੀ ਉਸਦੇ ਚੇਲੇ ਵੱਲੋਂ ਲਿਖੀ ਗਈ ਬਾਇਓਗ੍ਰਾਫੀ, ਇਹ ਦੋਨੋਂ ਕਾਪੀਆਂ ਮੇਰੇ ਕੋਲ ਮੌਜੂਦ ਹੈਗੀ 1200 ਸਾਲ ਪੁਰਾਣੀਆਂ। ਇਹ ਜਿਹੜੀਆਂ ਸੀਗੀਆਂ ਉਹਦੇ ਲੱਗੀਆਂ, ਜਿਹੜੀਆਂ ਸਾਫ਼ ਕਹਿੰਦੇ ਆ ਕਿ ਮਾਸਟਰ ਪਦਮ ਸਿੰਘ ਇੱਥੇ ਕਦੀ ਆਇਆ ਹੀ ਨਹੀਂ। ਫਿਰ ਸਰ ਮੇਰੀ ਉਪਲਬਧੀ ਦੀ ਗੱਲ ਇਹ ਹੈਗੀ ਆ, ਸਭ ਤੋਂ ਪਹਿਲਾਂ ਸਾਨੂੰ ਇਹ ਵਿਚਾਰ ਕਰਨਾ ਪਏਗਾ ਕਿ ਸ਼੍ਰੋਮਣੀ ਕਮੇਟੀ ਜਾਂ ਸਾਡੀ ਗੁਰਦੁਆਰਾ ਕਮੇਟੀਆਂ ਫੇਲ ਕਿਉਂ ਹੁੰਦੀਆਂ ਨੇ। ਮੈਂ ਇਸ ਕੇਸ ਵਿੱਚ ਗੁਰੂ ਡਾਂਗਮਾਰ ਕੇਸ ਵਿੱਚ ਮੈਂ ਸਿੱਖ ਲਿਆ।
ਗੁਰੂ ਨਾਨਕ ਦੇ ਵਿੱਚ ਜਿਸ ਦਿਨ ਅਸੀਂ ਕੇਸ ਨੂੰ ਫਾਈਲ ਕੀਤਾ ਸੀ 13 ਸਤੰਬਰ 2017 ਨੂੰ ਤੇ 6 ਅਕਤੂਬਰ ਨੂੰ ਪਹਿਲੀ ਡੇਟ ਪਈ। 6 ਅਕਤੂਬਰ ਨੂੰ ਸਿੱਕਮ ਸਰਕਾਰ ਨੇ ਆਪਣਾ ਜਵਾਬ ਫਾਈਲ ਕੀਤਾ। ਉਸ ਜਵਾਬ ਦੇ ਵਿੱਚ ਇੱਕ ਡਾਕੂਮੈਂਟ ਹੈ ਜਿਸ ਵਿੱਚ ਲਿਖਦੇ ਨੇ ਕਿ ਸਿੱਕਮ ਸਰਕਾਰ ਉਹਦਾ ਦਾਅਵਾ ਹੈ ਐਕਲੈਸੀਆਸਟੀਕਲ ਡਿਪਾਰਟਮੈਂਟ ਜਿਹੜਾ ਧਾਰਮਿਕ ਡਿਪਾਰਟਮੈਂਟ ਇਹਨਾਂ ਦਾ ਧਰਮ ਦੇ ਮਸਲੇ ਦੇਖਦਾ ਹੈ, ਉਸ ਦੀ ਲਿਖਤ ਮੌਜੂਦ ਹੈ ਕਿ ਸਾਡੇ ਕੋਲੇ ਇਸ ਗੁਰੂ ਡਾਂਗਮਾਰ ਲੇਕ ਦੇ ਉੱਪਰ ਮਾਸਟਰ ਪਦਮ ਸੰਭਵ ਜਾਂ ਉਸਦੇ ਕਿਸੇ ਅਗਲੇ ਅਵਤਾਰ ਦੇ ਆਉਣ ਦਾ ਕੋਈ ਇਤਿਹਾਸਿਕ ਰਿਕਾਰਡ ਮੌਜੂਦ ਨਹੀਂ ਹੈ। ਇਹ ਐਡਾ ਵੱਡਾ ਸਬਮਿਸ਼ਨ ਹੈ ਸਿੱਕਮ ਸਰਕਾਰ ਦੀ, ਔਰ ਇਸ ਨੂੰ ਇਹ ਅਣਗੌਲਿਆ ਕੀਤਾ ਇਹਨਾਂ ਨੇ। ਸ਼੍ਰੋਮਣੀ ਕਮੇਟੀ ਦੇ ਵਕੀਲਾਂ ਨੇ ਲੱਖਾਂ ਰੁਪਏ ਇਹਨਾਂ ਨੇ ਬਿੱਲ ਬਣਾਇਆ। ਅੱਜ ਤੱਕ ਮੇਰੇ ਖਿਆਲ ਹੈ ਇਹਨਾਂ ਦਾ 1 ਕਰੋੜ ਦੇ ਉੱਪਰ ਖਰਚਾ ਹੋ ਚੁੱਕਾ ਨਾ, ਮੇਰਾ ਕਰੀਬ ਅੱਜ ਤੱਕ 20 ਲੱਖ ਦੇ ਕਰੀਬ ਖਰਚਾ ਹੋਇਆ ਹੋਣਾ। ਪਰ ਇਹਨਾਂ ਨੇ ਵਕੀਲਾਂ ਨੇ ਇਸ ਇੰਪੋਰਟੈਂਟ ਡਾਕੂਮੈਂਟ ਨੂੰ ਅਣਗੌਲਿਆ ਕੀਤਾ। ਮੇਰੀ ਇਹ ਪਕੜ ਵਿੱਚ ਸੀਗਾ, ਮੈਂ ਇਸ ਨੂੰ ਰਿਸਰਚ ਕਰਕੇ ਪੂਰਾ ਬਣਾਇਆ, ਪਰ ਜਿੱਦਾਂ ਮੈਂ ਪਾਰਟੀ ਨਹੀਂ ਸੀ ਬਣ ਸਕਦਾ, ਮੈਨੂੰ ਨਾ ਤਾਂ ਇਹ ਕਮੇਟੀਆਂ ਨੇ ਕਦੀ ਸਹਿਯੋਗ ਕੀਤਾ, ਨਾ ਆਪਣੀ ਲਿਖਤ ਦਾ ਕੋਈ ਕਾਗਜ਼ੀ ਜਿਹੜਾ ਕਾਗਜ਼ ਜਮ੍ਹਾਂ ਕਰਦੇ ਸੀ ਇਹਨਾਂ ਨੇ ਕਦੀ ਮੈਨੂੰ ਕੋਈ ਕਾਗਜ਼ ਸਪਲਾਈ ਨਹੀਂ ਕੀਤਾ, ਸਰਵ ਨਹੀਂ ਕੀਤਾ। ਮੈਨੂੰ ਇਹ ਵੀ ਨਹੀਂ ਸੀ ਪਤਾ ਲੱਗਦਾ ਹੈ ਕਿ ਕਰ ਰਿਹਾ, ਕਿਉਂਕਿ ਮੈਨੂੰ ਟੋਟਲੀ ਇਹਨਾਂ ਨੇ ਸਾਈਡਲਾਈਨ ਕੀਤਾ ਸੀ, ਇਗਨੋਰ ਕੀਤਾ ਹੋਇਆ ਸੀ। ਮੈਂ ਚੁੱਪ ਰਿਹਾ, ਮੈਂ ਸਮੇਂ ਦੀ ਉਡੀ ਵੀ ਸੀ। ਜਦੋਂ ਮੇਰਾ ਮੌਕਾ ਆਏਗਾ ਮੈਂ ਪਾਰਟੀ ਬਣਾਂਗਾ, ਉਦੋਂ ਮੈਂ ਗੱਲ ਵਿੱਚ ਇੱਕ ਕਾਗਜ਼ ਰੱਖਾਂਗਾ। 5 ਸਾਲ ਬਾਅਦ ਮਈ ਦੇ ਇਹਨਾਂ ਨੇ ਜੂਨ ਵਿੱਚ ਮੈਨੂੰ ਇਸ 2022 ਵਿੱਚ ਸਿੱਕਮ ਸਰਕਾਰ ਨੇ ਮੈਨੂੰ ਪਾਰਟੀ ਬਣਾਇਆ। ਸਿੱਕਮ ਸਰਕਾਰ ਨੇ, ਸਿੱਕਮ ਹਾਈ ਕੋਰਟ ਨੇ, ਸਿੱਕਮ ਹਾਈ ਕੋਰਟ ਨੇ ਜੋ ਪਾਰਟੀ ਬਣਾਇਆ, ਪਹਿਲੀ ਤਰੀਕ ਪਈ ਹੈ ਮੇਰੀ 26 ਸਤੰਬਰ। ਮੈਂ 23 ਸਤੰਬਰ ਨੂੰ 2 ਫਾਈਲਾਂ ਜਮ੍ਹਾਂ ਕੀਤੀਆਂ ਜਿਹੜੀ ਬਹੁਤ ਅਹਿਮ ਨੇ ਔਰ ਜਿਹੜੀ ਇਸ ਕੇਸ ਦਾ ਫੈਸਲਾ ਕਰਨਗੀਆਂ। ਇੱਕ ਫਾਈਲ ਤੇ ਇਹ ਹੋਈ ਕਿ ਇੱਥੇ ਮਾਸਟਰ ਪਦਮ ਸੰਭਵ ਆਇਆ ਹੀ ਨਹੀਂ। ਮੇਰੇ ਕੋਲੇ ਗੁਰੂ ਨਾਨਕ ਦੇਵ ਜੀ ਦੇ ਸਿੱਕੇ ਆਉਣ ਦੇ ਕਰੀਬ 20 ਸਬੂਤ ਮੌਜੂਦ ਨੇ ਜੀ। ਇਹਨੇ ਕੱਟ ਲੈਣਗੇ 2 4 6 20 ਸਬੂਤ ਮੌਜੂਦ ਨੇ, ਪਰ ਸਿੱਕਮ ਸਰਕਾਰ ਕੋਲੇ ਕਿਸੇ ਕੋਲੇ ਵੀ ਸਿੱਕਮ ਯੂਨੀਵਰਸਿਟੀ ਹੋਏ, ਸਿੱਕਮ ਸਰਕਾਰ ਕਿਸੇ ਕੋਲੇ ਵੀ ਮਾਸਟਰ ਪਦਮ ਸੰਭਵ ਆਉਂਦਾ ਇੱਕ ਵੀ ਸਬੂਤ ਮੌਜੂਦ ਨਹੀਂ। ਇਹ ਜਿਹੜੇ 20 ਸਬੂਤ ਤੁਹਾਡੇ ਕੋਲ ਨੇ ਕਿ ਸ਼੍ਰੋਮਣੀ ਕਮੇਟੀ ਕੋਲ ਵੀ ਹੈਗੇ ਨੇ ਜਾਂ ਤੁਸੀਂ ਸਾਂਝੇ ਕੀਤੇ ਜਾਂ ਕਿਸ ਤਰੀਕੇ ਨਾਲ ਕਾਰਵਾਈ ਹੋਈ ਸੀ? ਜੀ ਮੈਂ ਉਹਨਾਂ ਸਬੂਤਾਂ ਨੂੰ ਇੱਥੇ ਸਾਂਝਾ ਨਹੀਂ ਕਰ ਸਕਦਾ। ਵੈਸੇ ਮੈਂ ਸਿੱਕਮ ਸਰਕਾਰ ਨੂੰ ਇਹ ਚੀਜ਼ ਪਹੁੰਚ ਚੁੱਕੀ ਹੈ ਮੇਰੇ ਵੱਲੋਂ ਜੀ, ਪਰ ਮੈਂ ਇੱਥੇ ਸਾਂਝਾ ਨਹੀਂ ਕਰ ਸਕਦਾ ਇਹਨਾਂ ਲੋਕਾਂ ਨਾਲ, ਕਿਉਂਕਿ ਇਹ ਲੋਕ ਸਰ ਮੈਂ ਇਹਨਾਂ ਨੂੰ ਕੀ ਸਾਂਝਾ ਕਰਾਂ। ਜਿਸ ਕਿ ਜਿੱਦਾਂ ਇਹਨਾਂ ਨੇ ਮੈਨੂੰ ਉੱਥੇ ਲਿਖ ਕੇ ਦੇ ਦਿੱਤਾ ਸੀ, ਮੈਂ ਉੱਥੇ ਆਪਣੇ ਕੇਸ ਦੀ ਮੰਗੀ ਸੀ ਜੁਡੀਸ਼ੀਅਲ ਇਨਕੁਆਇਰੀ ਉਹਨਾਂ ਅਫਸਰਾਂ ਦੇ ਖਿਲਾਫ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ, ਗੁਰੂ ਸਾਹਿਬ ਦਾ ਸਰੂਪ ਲਿਆ ਕੇ ਸੜਕ ਦੇ ਕੰਢੇ ਛੱਡਿਆ। ਮੈਂ ਉਹਨਾਂ ਖਿਲਾਫ ਅਦਾਲਤੀ ਜਾਂਚ ਦੀ ਮੰਗ ਕੀਤੀ ਸੀ, ਜਿਹੜਾ ਕਿ ਮੇਰਾ ਹੱਕ ਬਣਦਾ। ਸੁਪਰੀਮ ਕੋਰਟ ਦਾ ਆਰਡਰ ਵੀ ਮੌਜੂਦ ਹੈ, ਪਰ ਇਹਨਾਂ ਲੋਕਾਂ ਨੇ ਮੇਰਾ ਵਿਰੋਧ ਇਹ ਦਾਖਲ ਕੀਤਾ ਉੱਥੇ ਕਿ ਅਸੀਂ ਅਜਮੇਰ ਸਿੰਘ ਦੀ ਇਸ ਮੰਗ ਦੇ ਨਾਲ ਸਹਿਮਤ ਨਹੀਂ। ਯਾਨੀ ਕਿ ਇਹ ਉਹਨਾਂ ਸਰਕਾਰੀ ਅਫਸਰਾਂ ਨੂੰ ਬਚਾਉਣਾ ਚਾਹੁੰਦੇ ਸੀ। ਇਹਨਾਂ ਨਾਲ ਮੈਂ ਕੀ ਸਹਿਯੋਗ ਕਰਾਂ, ਤੁਸੀਂ ਮੈਨੂੰ ਦੱਸੀ ਸਰ। ਇੱਕ ਜੀ ਬਿਲਕੁਲ ਜੀ, ਅਖੀਰ 'ਚ ਤੁਸੀਂ ਇੱਥੇ ਜੋ ਤੁਹਾਨੂੰ ਸੰਗਤ ਸੁਣ ਰਹੀ ਆ, ਜੋ ਸਰੋਤੇ ਸੁਣ ਰਹੇ, ਉਹਨਾਂ ਲਈ ਕੋਈ ਸੁਨੇਹਾ ਤੁਹਾਡੇ ਵੱਲੋਂ ਜੀ ਸੰਖੇਪ 'ਚ ਜੀ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਇੱਥੇ ਦੀ ਸੰਗਤ ਨੂੰ, ਕੈਨੇਡਾ ਦੀ ਸੰਗਤ ਨੂੰ, ਜਿਹੜੇ ਸਾਡੇ ਸਰੋਤੇ ਜਿਹੜੇ ਤੁਹਾਨੂੰ ਸੁਣ ਰਹੇ ਉਹਨਾਂ ਤੋਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਕੁਛ ਹੈ ਤਾਂ ਦੱਸੋ ਜੀ। ਸਰ ਮੈਂ ਅਜੇ ਆਪਣੀ ਗੱਲ ਕੰਪਲੀਟ ਨਹੀਂ ਕੀਤੀ, ਮੈਨੂੰ 2 ਮਿੰਟ ਹੋਰ ਮਿਲਣਗੇ? ਹਾਂਜੀ ਹਾਂਜੀ ਕਰੋ ਜੀ, ਚਲੋ। ਮੈਂ ਕਿਹਾ ਤੁਹਾਨੂੰ 2 ਫਾਈਲਾਂ ਕੰਪਲੀਟ ਕੀਤੀਆਂ। ਦੂਜੀ ਫਾਈਲ ਬਹੁਤ ਇੰਪੋਰਟੈਂਟ ਹੈ, ਜਿਹੜੀ ਦੂਜੀ ਜਮ੍ਹਾਂ ਕੀਤੀ ਹੈ ਉਹ ਹੈਗੀ ਜੀ, ਇਹ ਕਹਿੰਦੇ ਨੇ ਕਿ ਸਿੱਖ ਕਮਿਊਨਿਟੀ ਨੇ ਇੱਥੇ ਗੁਰਦੁਆਰਾ ਬਣਾਉਂਦੇ ਹੋਏ ਦਰਖਤ ਵੱਡੇ ਔਰ ਇਹਦਾ ਫੋਰੈਸਟ ਕੰਜ਼ਰਵੇਸ਼ਨ ਐਕਟ 1980 ਦਾ ਵਾਇਲੇਸ਼ਨ ਕੀਤਾ ਹੈ। ਜਨਾਬ ਕਮਾਲ ਦੀ ਗੱਲ ਇਹ ਹੈਗੀ ਆ ਕਿ ਸੁਪਰੀਮ ਕੋਰਟ ਦਾ ਇੱਕ ਆਰਡਰ ਹੈ 1996 ਦਾ, ਜਿਹੜੀ ਇਹਨਾਂ ਦੇ ਵਕੀਲ ਸੁਪਰੀਮ ਕਮੇਟੀ ਦੇ ਵਕੀਲਾਂ ਨੂੰ ਸ਼ਾਇਦ ਪਤਾ ਹੀ ਨਹੀਂ। ਉਹ 'ਚ ਉਹਨਾਂ ਨੇ ਲਿਖਿਆ ਹੈ, ਸੁਪਰੀਮ ਕੋਰਟ ਦਾ ਆਰਡਰ ਹੈ ਕਿ ਕਿਸੇ ਜ਼ਮੀਨ ਨੂੰ ਅਗਰ ਫੋਰੈਸਟ ਲੈਂਡ ਡਿਕਲੇਅਰ ਕਰਨਾ ਤਾਂ ਉੱਥੇ 2 ਸ਼ਰਤਾਂ ਹੋਣੀਆਂ ਚਾਹੀਦੀਆਂ, ਜਾਂ ਤੇ ਉੱਥੇ ਹੋਣਾ ਚਾਹੀਦਾ ਗਵਰਨਮੈਂਟ ਰੈਵਨਿਊ ਰਿਕਾਰਡ ਤੇ ਜਾਂ ਹੋਣੇ ਚਾਹੀਦੇ ਦਰਖਤ। ਗਵਰਨਮੈਂਟ ਰੈਵਨਿਊ ਰਿਕਾਰਡ ਨਹੀਂ ਹੈ, ਇਸ ਨੂੰ ਉੱਥੇ ਦੇ SDM ਨੇ ਲਿਖ ਕੇ ਦੇ ਦਿੱਤਾ ਹੈ ਕਿ ਇਹ ਜਗ੍ਹਾ ਰਿਕਾਰਡ ਲਿਮਿਟ ਤੋਂ ਬਾਹਰ ਹੈ। ਔਰ ਦਰਖਤ 18,000 ਫੀਟ ਦੇ ਉੱਤੇ ਕਦੀ ਦਰਖਤ ਨਹੀਂ ਹੁੰਦੇ। 14,000 ਫੀਟ ਮੈਕਸਿਮਮ ਹਾਈਟ ਹੈ। ਜਿਹੜਾ ਮਰਜੀ ਗੂਗਲ ਸਰਚ ਕਰ ਲੈ, ਜਿਹੜਾ ਮਰਜੀ ਆਲਪਸ ਪਰਬਤ ਦੇਖ ਲੈ, ਜਾਂ ਕਿਸੇ ਵੀ ਦੁਨੀਆ ਦੀ ਵੱਡੀ ਜਿੰਨੀ ਵੀ ਕਿਸੇ ਵੀ ਕੰਟਰੀ ਵੀ ਦੇਖ ਲੈ, 14,000 ਫੀਟ ਦੇ ਉੱਪਰ ਸ਼ਾਇਦ ਹੀ ਰੇਅਰ ਹੀ ਕਿਤੇ ਕੋਈ ਪੇੜ ਦਿਖਾਈ ਦੇ ਜਾਏ। ਇਹ ਕੁਦਰਤ ਦਾ ਕਾਨੂੰਨ ਹੈ। ਇਸ ਕਰਕੇ ਮੈਂ ਉਹ ਪੂਰੀ ਰਿਸਰਚ ਰਿਪੋर्ट ਤਿਆਰ ਕਰਕੇ ਉਹ ਨਾਲ ਲਗਾ ਦਿੱਤੀ ਹੈ ਔਰ ਹਾਈ ਕੋਰਟ ਸੁਪਰੀਮ ਕੋर्ट ਦਾ ਸਾਈਟੇਸ਼ਨ ਦੇ ਦਿੱਤੀ ਹੈ ਕਿ ਸੁਪਰੀਮ ਕੋर्ट ਦਾ ਇਹ ਆਰਡਰ ਹੈਗਾ। इसके अलावा अगर हाई कोर्ट अपना कोई फैसला देना चाहती है तो दे दो। और तुम जानते हो कि सुप्रीम कोर्ट के फैसले के खिलाफ हाई कोर्ट कोई फैसला नहीं दे सकती। इस करके मैं इन्होंने फसा दिता है। इसका पता तो अगली आने वाली तरीका नूं लगेगा, पर मेरे वालों बॉल इन्हों के कोर्ट भी सुट दी गई है कि जिन्हें 5 साल जो मैं
ਇਹ ਫਾਈਲ ਜਮ੍ਹਾਂ ਨਹੀਂ ਸੀ ਕਰ ਸਕਿਆ, ਉਹ ਮੈਂ ਜਮ੍ਹਾਂ ਕਰ ਦਿੱਤੀਆਂ। ਉਹਨਾਂ ਦਾ ਨਿਪਟਾਰਾ ਅੱਗੇ ਹੋਏਗਾ, ਪਰ ਇਹ 100% ਹੈਗਾ ਕਿ ਇਹਨਾਂ ਕੋਲ ਕਿਸੇ ਕੋਲ ਮੇਰੀ ਕਿਸੇ ਗੱਲ ਦਾ ਕੋਈ ਕਾਟ ਕੋਈ ਜਵਾਬ ਨਹੀਂ ਹੋ ਸਕਦਾ। ਔਰ ਮੈਂ ਸੰਗਤ ਨੂੰ ਇਹ ਵੀ ਦੱਸਦਾ ਕਿ ਜਦੋਂ ਮੈਨੂੰ ਇਸ ਪੀਰੀਅਡ ਵਿੱਚ 2019 ਤੋਂ ਲੈ ਕੇ 2022 ਦੇ ਵਿਚਕਾਰ ਮੈਨੂੰ 3 ਹਾਰਟ ਅਟੈਕ ਹੋਏ, 2 ਸਟੰਟ ਮੇਰੇ ਪਏ ਔਰ ਮੈਂ ਕੋਰੋਨਾ ਦੇ ਵਿੱਚ ਨਿਕਲਿਆ। 12 ਦਿਨ ਮੈਂ ਐਮਰਜੈਂਸੀ ਰਿਹਾ, ਕੋਰੋਨਾ ਵਿੱਚੋਂ ਬਾਹਰ ਨਿਕਲਿਆ ਬੜੀ ਮੁਸ਼ਕਿਲ ਦੇ ਨਾਲ। ਉਸ ਵੇਲੇ ਪੀਕ ਸੀਗਾ ਕੋਰੋਨਾ ਦੇ ਉੱਤੇ। ਮੈਂ ਇਹ ਕਹਿਣਾ ਚਾਹੁੰਦਾ ਜਦੋਂ ਮੈਂ ਕੋਰੋਨਾ ਬਚ ਕੇ ਨਿਕਲਿਆ, ਮੇਰੇ ਮਨ 'ਚ ਇਹ ਆਇਆ ਕਿ ਜੇ ਰੱਬ ਨਾ ਕਰੇ ਕੱਲ ਨੂੰ ਮੈਂ ਮਰ ਗਿਆ ਜਾਂ ਕੁਝ ਹੋ ਗਿਆ, ਉਮਰ ਤੇ ਮੇਰੀ 70 ਤੋਂ ਉੱਪਰ ਹੋ ਹੀ ਚੁੱਕੀ ਸੀ, ਕਿ ਇਹ ਜੋ ਮੇਰੇ ਕੋਲ ਸਬੂਤ ਹੈਗੇ ਨੇ, ਜੋ ਲਿਖਤਾਂ ਹੈਗੀਆਂ, ਮੈਂ ਪਰਸਨ ਕਿੱਦਾਂ ਦੇਵਾਂ। ਕਮੇਟੀਆਂ 'ਤੇ ਮੈਨੂੰ ਭਰੋਸਾ ਨਹੀਂ ਸੀ। ਫਿਰ ਮੈਂ ਇੱਕ ਕਿਤਾਬ ਬਣਾਈ A4 ਪੇਪਰ ਦੇ ਉੱਤੇ, ਉਸਨੂੰ ਆਪਣੇ ਕੰਪੋਜ਼ ਕੀਤਾ, ਆਪਣੇ ਆਪ ਹੀ ਉਹਨੂੰ ਪਬਲਿਸ਼ ਕੀਤਾ ਔਰ ਕਿਤਾਬ ਮੇਰੇ ਕੋਲ ਪਈ ਹੈ। उसने पूरे रिकॉर्ड पूरी डिटेल सब कुछ लिख देते। एक तरीके का इस केस का गुरुद्वारा सिक्किम के गुरु डांग मरदा वो एनसाइक्लोपीडिया है। कुछ भी चीज चाहे केस 10 साल चले चाहे 1 साल चले, कुछ भी चीज इस केस उस किताब तो बाहर नहीं आएगी। जो भी आएगा उसका जवाब उस किताब में है। ये मैं लिख चुका और उसने इस करके कि जे मैं ना भी रहा तो कौन भी अमानत होगी वो मेरे को करे पई है। जे मैं नहीं रहा तो संगत जिसमें ठीक समझेगा केस पेटिशन बने वो ले सकता है। जी बहुत बहुत शुक्रिया जी। जी संगतां दा हाँ जी, सब तो पहला मैं ये कहना चाहूंगा, मैं कनाडा की संगतां दा इस करके बहुत धन्यवादी है कि गुरु डांगमार केस में लड़ते 5 साल हो गए और जे मैं इस केस ਦੇ ਵਿੱਚ ਸਟੈਂਡ ਕੀਤਾ ਹੈ ਤੇ ਇਸੇ ਮੈਕਸਿਮਮ ਯੋਗਦਾਨ ਮੈਕਸਿਮਮ ਕੰਟਰੀਬਿਊਸ਼ਨ ਜੋ ਹੈਗਾ ਉਹ ਕਨਾਡਾ ਦੀ ਸੰਗਤ ਦਾ ਹੈ। ਸ਼ਾਇਦ ਅਗਰ ਉਹ ਮੈਨੂੰ ਸਹਿਯੋਗ ਨਾ ਕਰਦੇ, ਜੀ ਮੇਰੀ ਪੈਸੇ ਦੇ ਤੌਰ ਤੇ ਮਦਦ ਨਾ ਕਰਦੇ ਤਾਂ ਮੇਰੇ ਲਈ ਇਹ ਕੇਸ ਲੜਨਾ ਮੁਸ਼ਕਿਲ ਸੀ। ਮੈਂ ਸ਼ਾਇਦ ਕੇਸ ਨਾ ਲੜ ਸਕਦਾ। ਹੁਣ ਅੱਗੇ ਮੰਗੂ ਮਠ ਹੈ, ਮੰਗੂ ਮਠ ਦੀ ਵਾਰੀ ਹੁਣ ਮੇਰੀ ਕੇਸ ਫਾਈਲ ਲੱਗੇਗੀ, ਡੇਟ ਲੱਗੇਗੀ, ਉਦੋਂ ਹੀ ਮੈਂ ਕੋਈ ਅਪੀਲ ਕਰਾਂਗਾ। ਅੱਜ ਮੈਂ ਕਿਸੇ ਨੂੰ ਕੋਈ ਅਪੀਲ ਨਹੀਂ ਕਰ ਰਿਹਾ।